ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨਾਲ ਚਰਚਾ ਕਰਾਂਗੇ। ਇੱਕ ਤਾਂ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਕਰੋਨਾ ਦੇ ਹਾਲਾਤ ਕੀ ਨੇ, ਅਮਰੀਕਾ ਦੀ ਕੀ ਸਥਿਤੀ ਹੈ ਤੇ ਭਾਰਤ ਦੀ ਕੀ ਸਥਿਤੀ ਹੈ, ਤੇ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜੇ ਹੁਣ ਕੇਸ ਅਚਾਨਕ ਤੋਂ ਵਧਣੇ ਸ਼ੁਰੂ ਹੋ ਗਿਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਇਹਦੇ 'ਚ ਆਪਾਂ ਇਹ ਵੀ ਗੱਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਲੀਡਰਾਂ ਦੀ ਆਪਸੀ ਟਸਲ ਹੈ ਉਹ ਵੀ ਹੁਣ ਸਾਹਮਣੇ ਆਉਣ ਲੱਗ ਪਈ। ਕੱਲ੍ਹ ਦਾ ਹਰਸਿਮਰਤ ਕੌਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਆਪਸ 'ਚ ਪੈਸਿਆਂ ਨੂੰ ਲੈ ਕੇ ਬਿਆਨਬਾਜ਼ੀ ਹੈ ਉਹਦੇ 'ਤੇ ਵੀ ਆਪਾਂ ਜ਼ਿਕਰ ਕਰਾਂਗੇ। ਕੁਝ ਖਬਰਾਂ ਹੋਰ ਨੇ ਜਿਹੜੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਪਨੂ ਸਾਹਿਬ ਦਾ ਸਵਾਗਤ ਕਰਦੇ ਹਾਂ। ਪਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪਨੂ ਸਾਹਿਬ, ਮੈਂ ਇਟਲੀ ਬਾਰੇ ਇੱਕ ਗੱਲ ਸੁਣੀ ਹੈ, ਮੈਨੂੰ ਐਂ ਸੀ ਵੀ ਚਲੋ ਕਨਫਰਮ ਕਰ ਲਈਏ ਕਿ ਵੀ ਇਟਲੀ ਦੇ ਵਿੱਚ ਹੁਣ ਬਹੁਤ ਸਾਰੀਆਂ ਮੌਤਾਂ ਹੋਈਆਂ ਤੇ ਜਿੰਨੀ ਮੈਨ ਪਾਵਰ ਉਹਨਾਂ ਕੋਲ ਘਟੀ, ਹੁਣ ਉਹਨਾਂ ਨੂੰ ਕਿਉਂਕਿ ਉੱਥੇ ਬੰਦਿਆਂ ਦੀ ਲੋੜ ਆ ਕੰਮ ਕਰਨ ਵਾਲਿਆਂ ਦੀ, ਤੇ ਇਟਲੀ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਕਹਿ ਲਓ ਕਿ ਵੀ ਪੱਕੇ ਨਹੀਂ ਹੈਗੇ, ਤੇ ਉਹਨਾਂ ਨੂੰ ਆਸ ਬੱਝੀ ਹੈ ਕਿ ਸ਼ਾਇਦ ਹੁਣ ਸਰਕਾਰ ਸਾਡੀ ਇੱਦਾਂ ਹੀ ਬਾਂਹ ਫੜ ਲੇ। ਗੁਰਪ੍ਰੀਤ ਜੀ, ਜਿਹੜੇ ਟਰੈਵਲ ਏਜੰਟ ਨੇ ਜੀ ਠੱਗ ਕਿਸਮ ਦੇ, ਉਹ ਇਹੋ ਜਿਹੀਆਂ ਅਫਵਾਹਾਂ ਉਡਾਉਂਦੇ, ਜੀ ਕੋਈ ਕਾਰਨ ਨਹੀਂ। ਇਟਲੀ ਦੇ ਵਿੱਚ ਵੀ ਇਹ ਅਫਵਾਹ ਉਡਾਈ ਗਈ ਆ ਕਿ ਉੱਥੇ ਮੌਤਾਂ ਬਹੁਤ ਹੋ ਗਈਆਂ। ਇਹ ਸੱਚੀ ਗੱਲ ਹੈ ਕਿ ਇਟਲੀ 'ਚ ਅੱਜ ਦੀ ਤਰੀਕ ਤੱਕ ਜਦੋਂ ਅਸੀਂ ਪ੍ਰੋਗਰਾਮ ਕਰਦੇ ਪਏ ਹਾਂ 23,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਜੀ ਮੌਤਾਂ ਨਾਲ ਭੰਨਿਆ ਦੇਸ਼ ਆ, ਕੇਸਾਂ ਦੀ ਗਿਣਤੀ ਵੀ ਬਹੁਤ ਵੱਡੀ ਆ, ਪਰ ਉੱਥੋਂ ਦੀ ਸਰਕਾਰ ਨੇ ਨਾ ਇਹੋ ਜਿਹਾ ਕੋਈ ਸੰਕੇਤ ਦਿੱਤਾ, ਨਾ ਉੱਥੇ ਕੋਈ ਵਿਚਾਰ ਅਧੀਨ ਆ, ਨਾ ਕੋਈ ਚਰਚਾ। ਜੀ ਠੱਗ ਏਜੰਟਾਂ ਨੇ ਇਹ ਕੰਮ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਕਹਿ ਕੇ ਕਿ ਹੁਣ ਤਾਂ ਇੰਨੇ ਬੰਦੇ ਮਰ ਗਏ, ਹੁਣ ਤਾਂ ਇਹਨਾਂ ਨੂੰ ਤੁਹਾਡੀ ਲੋੜ ਪੈਣੀ, ਜੀ ਇਸ ਕਰਕੇ ਤੁਸੀਂ ਬਸ ਤਿਆਰੀ ਕਰ ਲਓ, ਇੰਨੇ ਪੈਸੇ ਲੱਗਣੇ। ਪੈਸੇ ਵੀ ਦੱਸਣੇ ਸ਼ੁਰੂ ਕਰ ਦਿੱਤੇ। ਜੀ ਇਹੋ ਜਿਹੀ ਕੋਈ ਉੱਥੇ ਗੱਲ ਨਹੀਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਕੋਈ 30-31 ਸਾਲ ਪਹਿਲਾਂ ਇੱਕ ਵਾਰੀ ਅਮਰੀਕਾ ਦੀ ਤੇ ਇਰਾਕ ਦੀ ਪਹਿਲੀ ਜੰਗ ਜਦੋਂ ਲੱਗੀ, ਜੀ ਇਰਾਕ ਨੇ ਅੱਧੀ ਰਾਤ ਨੂੰ ਹਮਲਾ ਕਰਕੇ ਕੁਵੈਤ 'ਤੇ ਕਬਜ਼ਾ ਕਰ ਲਿਆ ਸੀ। ਸਵੇਰ ਨੂੰ ਅਮਰੀਕਾ ਵਾਲਿਆਂ ਨੇ ਕੁਵੈਤ ਦੀ ਮਦਦ ਕੀਤੀ, ਇਰਾਕ ਨੂੰ ਧੱਕ ਕੇ ਪਿੱਛੇ ਘੱਲਤਾ ਸੀ। ਉਦੋਂ ਇੱਥੇ ਸਾਡਾ ਪੰਜਾਬ ਦਾ ਪਾਸਪੋਰਟ ਦਫ਼ਤਰ ਜਲੰਧਰ 'ਚ ਇਹਦੇ ਲਾਗੇ ਹੁੰਦਾ ਸੀਗਾ, ਸਕਾਈਲਾਰਕ ਹੋਟਲ ਦੇ। ਜੀ ਉੱਥੇ ਰੋਜ਼ ਹੀ ਸਵੇਰੇ ਰੰਗ ਬਰੰਗੀਆਂ ਪਰਚੀਆਂ ਕੋਈ ਸੁੱਟ ਜਾਂਦਾ ਸੀ ਕਿ ਫਲਾਣੇ ਫਲਾਣੇ ਨੰਬਰਾਂ 'ਤੇ ਕਾਲ ਕਰੋ। ਹੁਣ ਇਰਾਕ ਵਿੱਚ ਅਤੇ ਕੁਵੈਤ ਵਿੱਚ ਵੀ ਮੌਤਾਂ ਬਹੁਤ ਹੋ ਗਈਆਂ ਅਤੇ ਉਹਨਾਂ ਨੂੰ ਬੰਦਿਆਂ ਦੀ ਲੋੜ ਹੈ। ਜੀ ਕੋਈ ਬੰਦਾ ਉੱਥੇ ਨਹੀਂ ਸੀ ਚਾਹੀਦਾ, ਪਰ ਪੰਜਾਬੀਆਂ ਨੇ ਫੋਨ ਕਰਨੇ ਸ਼ੁਰੂ ਕਰਤੇ, ਪੈਸੇ ਲੁਟਾ ਲਏ। ਉਹਨਾਂ ਏਜੰਟਾਂ ਨੇ ਨਾ ਕੋਈ ਬੰਦਾ ਬਾਅਦ 'ਚ ਭੇਜਿਆ, ਨਾ ਕੋਈ ਉਹਨਾਂ ਥਾਵਾਂ 'ਤੇ ਕਿਰਾਏ ਦੇ ਦਫ਼ਤਰਾਂ 'ਚ ਬੈਠੇ ਸੀ, ਨਾ ਗਲਤ ਦੱਸਦੇ ਸੀ। ਹੁਣ ਵਾਂਗ ਉਦੋਂ ਕੋਈ ਇਹ ਮੋਬਾਈਲ ਫੋਨ ਨਹੀਂ ਸੀ ਹੁੰਦੇ। ਕਿਰਾਏ ਦੇ ਦਫ਼ਤਰਾਂ 'ਚ ਲੈਂਡਲਾਈਨ ਲਵਾਏ ਸੀ, ਉਹਨਾਂ ਦੇ ਵੀ ਬਿੱਲ ਭਰੇ ਬਗੈਰ ਭੱਜ ਗਏ ਅਤੇ ਲੋਕਾਂ ਤੋਂ ਲੱਖਾਂ ਰੁਪਈਆ ਉਹਨਾਂ ਇਕੱਠਾ ਕਰ ਲਿਆ ਸੀ। ਅੱਜ ਕੱਲ੍ਹ ਫਿਰ ਠੱਗਾਂ ਨੇ ਅਫਵਾਹ ਫੈਲਾਈ ਹੋਈ ਹੈ ਕਿ ਇਟਲੀ 'ਚ ਬੰਦੇ ਪੱਕੇ ਕਰਨੇ। ਜੀ ਜਦ ਤੱਕ ਉੱਥੋਂ ਦੀ ਸਰਕਾਰ ਆਪ ਨਹੀਂ ਕੁਛ ਕਹਿੰਦੀ, ਇੱਦਾਂ ਦੀ ਕਿਸੇ ਗੱਲ 'ਤੇ ਕੋਈ ਯਕੀਨ ਨਹੀਂ ਕਰਨਾ ਚਾਹੀਦਾ, ਅਤੇ ਨਾ ਇਹੋ ਜਿਹੀ ਸਰਕਾਰ ਦੀ ਕੋਈ ਨੀਤੀ ਸਾਹਮਣੇ ਆਈ ਹੈ। ਜਿੰਨਾ ਕੁ ਮੈਨੂੰ ਪਤਾ, ਜੀ ਅਜੇ ਤੱਕ ਇਹ ਸਿਰਫ ਅਫਵਾਹ ਹੈ। ਠੱਗਾਂ, ਉਹ ਕਹਿੰਦੇ ਠੱਗਾਂ ਦੇ ਘੜਿਆਲ ਵਗਦੇ, ਉਹਨਾਂ ਦਾ ਚੱਕਰ ਜਾਪਦਾ। ਜੀ ਆਪਾਂ ਸਭ ਇੱਕ ਪਾਕਿਸਤਾਨ ਦੀ ਕੱਲ੍ਹ ਵੀ ਗੱਲ ਕਰਦੇ ਸੀ ਵੀ ਪਾਕਿਸਤਾਨ ਦੇ ਵਿੱਚ ਸ਼ਾਇਦ ਹੁਣ ਸਰਕਾਰ ਜਿਹੜੀ ਉਹ ਸਖਤੀ ਕਰਨ ਲੱਗ ਪਈ ਹੈ, ਅਤੇ ਉੱਥੇ ਉਹਨੇ ਕਹਿ ਤਾ ਕਿ ਵੀ ਆਪਾਂ ਰਮਜ਼ਾਨ ਦੇ ਮੌਕੇ ਦੇ ਉੱਪਰ ਮਸਜਿਦਾਂ ਦੇ ਵਿੱਚ ਨਹੀਂ ਜਾਣਾ, ਤੁਸੀਂ ਘਰੋਂ ਘਰੀ ਰਹਿਣਾ। ਅਤੇ ਸੁਣ 'ਚ ਇਹ ਆ ਵੀ ਰਾਸ਼ਟਰਪਤੀ ਸਾਹਿਬ ਕਹਿੰਦੇ ਵੀ ਨਹੀਂ ਕੋਈ ਰੋਕ ਟੋਕ, ਵੀ ਜਿੱਦਾਂ ਮਰਜ਼ੀ ਜਾਓ। ਠੀਕ ਹੈ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਲਾਹ ਨਹੀਂ ਕਰਦੇ ਜੀ ਆਪਸ 'ਚ? ਦੇਖੋ, ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵੇਲੇ ਬਹੁਤ ਵੱਡੀ ਚਿੰਤਾ 'ਚ ਹੈ ਜੀ ਕਿ ਦੇਸ਼ ਜਿਸ ਪਾਸੇ ਜਾ ਰਿਹਾ, ਮੌਤਾਂ ਬਹੁਤ ਵੱਧ ਸਕਦੀਆਂ। ਕੇਸਾਂ ਦਾ ਅੰਕੜਾ ਬੜੀ ਤੇਜ਼ੀ ਨਾਲ ਵੱਧ ਰਿਹਾ, ਮੌਤਾਂ ਦਾ ਅਜੇ ਉਨੀ ਤੇਜ਼ੀ ਨਾਲ ਨਹੀਂ ਵਧਿਆ, ਜੀ ਅਜੇ 100 ਦੇ ਨੇੜੇ ਤੇੜੇ। ਪਰ ਉਹਨੂੰ ਇਹ ਜਾਪਦਾ ਕਿ ਅਗਲੇ ਦਿਨਾਂ 'ਚ ਇਹ ਬਿਮਾਰੀ ਫੈਲ ਗਈ, ਸਾਡੇ ਤੋਂ ਕੰਟਰੋਲ ਨਹੀਂ ਹੋਣੀ। ਉਹ ਇਸ ਕਰਕੇ ਉਹਨੇ ਪਰਸੋਂ ਵੀ ਕਿਹਾ ਸੀ ਅਤੇ ਕੱਲ੍ਹ ਵੀ ਕਿਹਾ ਸੀ ਕਿ ਮੈਂ ਸਮਝਦਾ ਕਿ ਰਮਜ਼ਾਨ ਦੇ ਦਿਨਾਂ 'ਚ ਬੜੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਲੋਕਾਂ ਨੇ ਮਸਜਿਦਾਂ ਜਾਣ ਤੋਂ ਹਟਣਾ ਨਹੀਂ, ਇਕੱਠ ਹੋਣਗੇ, ਉਦੋਂ ਅਸੀਂ ਪਬਲਿਕ ਕਿੱਦਾਂ ਸੰਭਾਲਾਂਗੇ, ਅਤੇ ਇਹ ਬਿਮਾਰੀ ਉਦੋਂ ਕੋਈ ਨਵਾਂ ਰੰਗ ਵਿਖਾ ਸਕਦੀ ਹੈ। ਜੀ ਪਾਕਿਸਤਾਨ ਦਾ ਰਾਸ਼ਟਰਪਤੀ ਕੱਲ੍ਹ ਕੁਛ ਲੋਕਾਂ ਨੂੰ ਮਿਲਿਆ, ਕਿਸੇ ਸਮਾਗਮ ਵਿੱਚ ਵੀ ਗਿਆ। ਸਮਾਗਮ ਛੋਟਾ ਸੀ ਵੱਡਾ ਸੀ ਪਤਾ ਨਹੀਂ, ਭਾਵੇਂ 5 ਬੰਦਿਆਂ ਦੀ ਮੀਟਿੰਗ ਹੋਵੇ। ਉੱਥੇ ਕਿਹਾ ਜੇ ਰਮਜ਼ਾਨ ਦੇ ਮੌਕੇ ਮਸਜਿਦਾਂ ਖੁੱਲ੍ਹੀਆਂ ਰਹਿਣਗੀਆਂ। ਠੀਕ ਇਹ ਫੈਸਲੇ ਕਰਨੇ ਰਾਸ਼ਟਰਪਤੀ ਦਾ ਕੰਮ ਨਹੀਂ ਗਾ, ਇਹ ਫੈਸਲੇ ਕਰਨੇ ਐਗਜੈਕਟਿਵ ਆਰਡਰ ਹੈ, ਇਹ ਪ੍ਰਧਾਨ ਮੰਤਰੀ ਦਾ ਕੰਮ ਹੁੰਦਾ, ਮਿਨਿਸਟਰੀ ਦਾ ਕੰਮ ਹੁੰਦਾ। ਕੋਈ ਹੋਮ ਮਿਨਿਸਟਰ ਬਿਆਨ ਦੇਵੇ, ਸਿਹਤ ਮੰਤਰੀ ਬਿਆਨ ਦੇਵੇ, ਪ੍ਰਧਾਨ ਮੰਤਰੀ ਬਿਆਨ ਦੇਵੇ, ਕੋਈ ਮੁੱਖ ਮੰਤਰੀ ਬਿਆਨ ਦੇਵੇ, ਇਹ ਤਾਂ ਵੇਖਿਆ ਜਾ ਸਕਦਾ। ਉਹਨਾਂ ਦੇ ਰਾਸ਼ਟਰਪਤੀ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ,
ਇਦਾਂ ਲੱਗਦਾ ਕਿ ਜਿਹੜਾ ਮੌਲਵੀਆਂ ਦਾ ਦਬਾਅ ਉਹ ਉੱਥੇ ਵੱਧ ਗਿਆ। ਪਹਿਲਾਂ ਉਹਨਾਂ ਨੇ ਕਰਾਚੀ 'ਚ ਇਕੱਠ ਕਰਕੇ ਆਖਿਆ ਸੀ ਕਿ ਰਮਜ਼ਾਨ ਦਾ ਮਹੀਨਾ ਆ ਗਿਆ, ਇਸ ਵੇਲੇ ਇਸਲਾਮੀ ਦੇਸ਼ ਹੈ, ਇਸਲਾਮੀ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਨੂੰ ਆਖੇ ਵੱਧ ਤੋਂ ਵੱਧ ਮਸਜਿਦਾਂ 'ਚ ਜਾਓ, ਜੀ ਤੇ ਸਾਡੇ 'ਤੇ ਪਾਬੰਦੀਆਂ ਲਾਉਂਦੇ ਪਏ। ਅਸੀਂ ਇਹ ਪਾਬੰਦੀਆਂ ਬਿਲਕੁਲ ਨਹੀਂ ਮੰਨਣੀਆਂ। ਹੁਣ ਪ੍ਰਧਾਨ ਮੰਤਰੀ ਪਾਸੇ ਰਹਿ ਗਿਆ, ਤੇ ਰਾਸ਼ਟਰਪਤੀ ਨੇ ਜਦੋਂ ਜਾ ਕੇ ਕਹਿ ਦਿੱਤਾ ਕਿ ਤੁਸੀਂ ਖੋਲ੍ਹੋ, ਕੋਈ ਚਿੰਤਾ ਦੀ ਗੱਲ ਨਹੀਂ। ਪ੍ਰਧਾਨ ਮੰਤਰੀ ਨੂੰ ਹੁਣ ਰਾਸ਼ਟਰਪਤੀ ਦੇ ਕਹਿ ਦੇ ਮਗਰ ਮਗਰ ਜਾਣਾ ਪਊ, ਜਾਂ ਫਿਰ ਖੜੇ ਪੈਰ ਰਾਸ਼ਟਰਪਤੀ ਨੂੰ ਕਹਿਣਾ ਪਊਗਾ ਜੀ ਕਿ ਤੁਸੀਂ ਤੁਰ ਜਾਓ। ਇਹ ਕਹਿਣ ਦੀ ਇਮਰਾਨ ਖਾਨ ਦੀ ਜ਼ਰੂਰਤ ਨਹੀਂ। ਇਸ ਕਰਕੇ ਕਿਉਂਕਿ ਉਹਦੀ ਜ਼ਰੂਰਤ ਨਹੀਂ ਹੈਗੀ, ਇਹ ਉਹਨੇ ਚੁੱਪ ਕਰਕੇ ਮੰਨ ਲੈਣਾ ਔਰ ਮਸਜਿਦਾਂ 'ਚ ਖੁੱਲ੍ਹੀ ਛੁੱਟੀ ਮਿਲੇਗੀ। ਪਿਛਲੀਆਂ ਦਿਨਾਂ 'ਚ 3-4 ਥਾਵਾਂ 'ਤੇ ਪੁਲਿਸ ਨੇ ਉੱਥੇ ਮਸਜਿਦਾਂ ਦੇ ਵਿੱਚ ਇਕੱਠ ਕਰਦੇ ਲੋਕ ਕੁੱਟੇ ਵੀ ਸਨ, ਗ੍ਰਿਫਤਾਰ ਵੀ ਕੀਤੇ ਸਨ। ਔਰ ਇੱਕ ਦਿਨ ਤਾਂ ਇਹ ਸੀ ਕਿ ਕੱਲਾ ਕੱਲਾ ਕਰਕੇ ਇੱਕ ਮਸਜਿਦ ਦੇ ਵਿੱਚ ਨਹੀਂ, ਮਸਜਿਦ ਦੀ ਛੱਤ 'ਤੇ ਜਾ ਕੇ ਉਹਲੇ ਖਲੋ ਕੇ ਸਮੂਹਿਕ ਤੌਰ 'ਤੇ ਗਰੁੱਪ ਦੇ ਤੌਰ 'ਤੇ ਨਮਾਜ਼ ਪੜ੍ਹਦੇ ਪਏ ਸੀ, ਉਹ ਵੀ ਜਾ ਕੇ ਪੁਲਿਸ ਨੇ ਫੜੇ ਸਨ। ਹੁਣ ਜੋ ਰਾਸ਼ਟਰਪਤੀ ਨੇ ਕਹਿ ਦਿੱਤਾ, ਇਹ ਤੋਂ ਬਾਅਦ ਪੁਲਿਸ ਵਾਸਤੇ ਕਾਰਵਾਈ ਕਰਨੀ ਔਖੀ ਹੋ ਜਾਣੀ ਹੈ। ਜੀ ਵੈਸੇ ਬੰਸ ਸਾਹਿਬ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਜੇ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ, ਤੇ ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰ ਜ਼ਿਕਰ ਕਰ ਲਈਏ ਕਿ ਇਸ ਵਕਤ ਵਰਲਡੋਮੀਟਰ ਕੀ ਕਹਿੰਦਾ ਜੀ, ਕਿ ਉਹਦੇ ਕੀ ਹਾਲਾਤ ਆ। ਦੇਖੋ, ਵਰਲਡੋਮੀਟਰ ਜਿੱਦਾਂ ਸ਼ੁਰੂ ਦੇ ਵਿੱਚ ਬਹੁਤ ਭਰੋਸੇਮੰਦ ਗਿਣਿਆ ਜਾਂਦਾ ਸੀ, ਜੀ ਹੁਣ ਕਦੇ ਕਦੇ ਇਦਾਂ ਲੱਗਦਾ ਕਿ ਉਹਦੇ ਅੰਕੜੇ ਵੀ ਥੋੜ੍ਹੇ ਜਿਹੇ ਅੱਗੇ ਪਿੱਛੇ ਹੁੰਦੇ ਆ। ਕੁਝ ਹੋਰ ਸਾਈਟਾਂ ਉਹ ਤੋਂ ਪਹਿਲਾਂ ਅੰਕੜੇ ਦੇ ਦਿੰਦੀਆਂ, ਉਹ ਬਾਅਦ 'ਚ ਦਿੰਦਾ। ਕਈ ਵਾਰੀ ਇਹ ਅੱਗੇ ਹੋ ਜਾਂਦਾ, ਉਹ ਪਿੱਛੇ ਹੋ ਜਾਂਦੇ ਆ। ਜੀ ਇਹ ਜਿਵੇਂ ਨਾ ਅਪਡੇਟ ਪੂਰੇ ਨਹੀਂ ਕਰ ਰਿਹਾ। ਕੁਝ ਦੇਸ਼ਾਂ ਦੇ ਵਿੱਚ ਤਾਂ ਸਟੇਟ ਵਾਈਜ਼ ਵੀ ਲੈਂਦਾ, ਅਤੇ ਸਟੇਟ ਵਾਈਜ਼ ਤੋਂ ਅੱਗੇ ਵੱਧ ਕੇ ਉਹਨਾਂ ਦੇ ਜ਼ਿਲ੍ਹਿਆਂ ਤੱਕ ਵੀ ਲੈ ਜਾਂਦਾ। ਕੁਝ ਦੇਸ਼ਾਂ ਦੇ ਮਾਮਲੇ 'ਚ ਇਹਦੇ ਅੰਕੜਿਆਂ 'ਚ ਬਹੁਤ ਕਮਜ਼ੋਰੀ ਹੈ। ਜੀ ਹੋ ਸਕਦਾ ਉੱਥੋਂ ਦੀਆਂ ਸਰਕਾਰਾਂ ਤੋਂ ਨਾ ਮਿਲਦੇ ਹੋਣ, ਪਰ ਇਹਦੇ ਆਪਣੇ ਪ੍ਰਬੰਧ ਵੀ ਪਹਿਲਾਂ ਤਾਂ ਬਹੁਤ ਵਧੀਆ ਲੱਗਦੇ ਸਨ, ਹੁਣ ਪ੍ਰਬੰਧ ਕਮਜ਼ੋਰ ਲੱਗਦੇ। ਖੈਰ, ਜੋ ਵੀ ਹੋਵੇ, ਇਸ ਵੇਲੇ ਤੱਕ ਸਾਰੀ ਦੁਨੀਆ 'ਚ ਕੁੱਲ ਕੇਸਾਂ ਦੀ ਗਿਣਤੀ 23 ਲੱਖ ਤੋਂ ਟੱਪ ਚੁੱਕੀ ਆ। ਜੀ 6 ਲੱਖ ਦੇ ਕਰੀਬ ਲੋਕ ਰਿਕਵਰ ਹੋ ਚੁੱਕੇ ਆ। ਇਹਦਾ ਮਤਲਬ 25% ਦੀ ਰਿਕਵਰੀ ਤਾਂ ਹੈਗੀ ਆ ਨਾ, ਫਿਰ ਜੀ 25 ਤੋਂ ਵੱਧ ਹੀ ਬਣ ਜਾਂਦੀ ਹੈ। 1,60,000 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਨੇ। ਅਸੀਂ ਤਾਂ ਕੱਲ੍ਹ ਦੀਆਂ ਗੱਲਾਂ 1.5 ਦੀਆਂ ਕਰਦੇ ਸੀ, 1.5 ਲੱਖ ਦੀਆਂ। ਜੀ 1,60,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਇੰਨੀਆਂ ਮੌਤਾਂ ਹੋਣਾ ਇਹ ਦੱਸਦਾ ਕਿ ਮਾਮਲਾ ਬਹੁਤ ਗੰਭੀਰ ਹੈ। ਇਹਦੇ ਵਿੱਚੋਂ ਜਿਹੜਾ ਅਮਰੀਕਾ, ਉਹਦੇ ਵਿੱਚ ਰਿਕਵਰੀ ਬਹੁਤ ਘੱਟ ਹੈ, ਅਤੇ ਜਿਹੜੀਆਂ ਮੌਤਾਂ ਨੇ 39,000 ਅੱਜ ਹੋ ਗਈਆਂ। ਇਹ ਜਦੋਂ ਤੁਰਿਆ ਸੀ, ਦੂਸਰੇ ਦੇਸ਼ 3-3, 4-4, 5-5 ਹਜ਼ਾਰ 'ਤੇ ਸੀ। ਜੀ ਜਦੋਂ ਇਹ ਅਜੇ 5-6 ਹਜ਼ਾਰ 'ਤੇ ਸੀ, ਇਟਲੀ 10,000 ਕ੍ਰਾਸ ਕਰ ਗਿਆ, ਫਿਰ ਸਪੇਨ ਵੀ, ਫਰਾਂਸ ਵੀ, ਇਹ ਉਹਨਾਂ ਤੋਂ ਬਾਅਦ 10,000 ਕ੍ਰਾਸ ਕੀਤਾ ਸੀ। ਪਰ ਮੁੜ ਕੇ ਇੰਨੀ ਤੇਜ਼ੀ ਨਾਲ ਮੌਤਾਂ ਇਹਦੇ ਵਧੀਆਂ ਕਿ 15-16 ਤੱਕ ਜਾਂਦਿਆਂ ਜਾਂਦਿਆਂ ਸਾਰਿਆਂ ਨੂੰ ਪਛਾੜ ਗਿਆ, ਅਤੇ 20 ਕ੍ਰਾਸ ਕਰਨ ਵਾਲਾ ਪਹਿਲਾ ਸੀ, ਜੀ ਅਤੇ ਫਿਰ 30 ਵੀ ਇਹ ਕ੍ਰਾਸ ਕਰ ਚੁੱਕਾ। ਇਟਲੀ ਨੇ ਅਜੇ ਪਰਸੋਂ 20 ਕ੍ਰਾਸ ਕੀਤਾ ਸੀ, ਅੱਜ ਉਹ 23,000 'ਤੇ ਹੈ। ਸਪੇਨ ਕੱਲ੍ਹ ਅੱਜ 20,000 ਕ੍ਰਾਸ ਕੀਤਾ। ਅੱਛਾ, ਫਰਾਂਸ 20,000 ਦੇ ਨੇੜੇ ਆ, ਕੱਲ੍ਹ ਤੱਕ ਉਹ ਵੀ ਕ੍ਰਾਸ ਕਰ ਸਕਦਾ। ਸੁੱਖ ਮੰਗੋ ਕਿ ਇੱਕ ਵੀ ਮੌਤ ਨਾ ਹੋਵੇ, ਜੀ ਪਰ ਹਾਲਾਤ ਜੋ ਉਹਨਾਂ 'ਚ ਜਾਪਦਾ ਕਿ ਹੋ ਜਾਣੀਆਂ ਇੰਨੀਆਂ ਕੁ ਵੀ ਉਹ ਅੱਜ ਰਾਤ ਨੂੰ ਜਾਂ ਕੱਲ੍ਹ ਸਵੇਰ ਤੱਕ 20,000 ਤੋਂ ਕ੍ਰਾਸ ਕਰ ਸਕਦਾ। ਸਭ ਤੋਂ ਮਾੜੀ ਗੱਲ ਇਹ ਆ ਕਿ ਜਿਹੜਾ ਅਮਰੀਕਾ 39,000 ਕ੍ਰਾਸ ਕਰ ਗਿਆ ਅਤੇ 40 ਦੇ ਨੇੜੇ ਪਹੁੰਚ ਗਿਆ, ਇੰਨੀ 40,000 ਮੌਤਾਂ ਬਹੁਤ ਜ਼ਿਆਦੀਆਂ ਹੁੰਦੀਆਂ। ਇਹਦੇ ਵਿੱਚੋਂ ਇਕੱਲੇ ਨਿਊਯਾਰਕ ਸਟੇਟ ਦੇ ਵਿੱਚ 18,500 ਮੌਤਾਂ ਹੋ ਚੁੱਕੀਆਂ ਨੇ। ਉਸ 18,500 ਦੇ ਵਿੱਚੋਂ 9,000 ਦੇ ਕਰੀਬ ਮੌਤਾਂ ਇਕੱਲੇ ਨਿਊਯਾਰਕ ਸ਼ਹਿਰ ਵਿੱਚ ਨੇ। 8893 ਆ, ਇਹਦਾ ਮਤਲਬ 107 ਮੌਤਾਂ ਹੀ ਘੱਟ ਨੇ ਜੀ 9,000 ਤੋਂ। ਇੰਨੀਆਂ ਮੌਤਾਂ ਇੱਕੋ ਨਿਊਯਾਰਕ ਸ਼ਹਿਰ ਦੇ ਵਿੱਚ ਹੋ ਚੁੱਕੀਆਂ ਨੇ। ਸਥਿਤੀ ਇਹਨਾਂ ਤੋਂ ਸੰਭਾਲੀ ਨਹੀਂ ਜਾ ਰਹੀ। ਜਦੋਂ ਇਹਨਾਂ ਦੇਸ਼ਾਂ ਦੀ ਗੱਲ ਕਰਦੇ ਹਾਂ, ਅਮਰੀਕਾ ਪਹਿਲਾ ਦੇਸ਼ ਜਿਹੜਾ 40 ਨੂੰ ਪਹੁੰਚ ਗਿਆ, ਜੀ ਇਟਲੀ ਜਿਹੜਾ 20 ਨੂੰ ਕ੍ਰਾਸ ਕਰ ਗਿਆ, ਸਪੇਨ 20 ਨੂੰ ਕ੍ਰਾਸ ਕਰ ਗਿਆ, ਫਰਾਂਸ ਕਰਨ ਵਾਲਾ। 5ਵੇਂ ਨੰਬਰ ਦੇ ਉੱਤੇ ਦੇਸ਼ ਨਹੀਂ ਕੋਈ ਆਉਂਦਾ, ਨਿਊਯਾਰਕ ਸਟੇਟ ਆਉਂਦੀ ਹੈ, ਅਤੇ ਉਹਦੇ ਮਗਰ 6ਵੇਂ ਨੰਬਰ 'ਤੇ UK ਆਉਂਦਾ, ਗ੍ਰੇਟ ਬ੍ਰਿਟਨ, ਜੀ ਉਹ ਆ ਰਿਹਾ, ਅਤੇ ਉਹਨਾਂ ਦੇ ਵਿੱਚ 15,000 ਤੋਂ ਉੱਪਰ ਮੌਤਾਂ ਨੇ। ਇਹ ਗੰਭੀਰ ਸਥਿਤੀ ਬੈਲਜੀਅਮ ਦੀ ਵੀ ਹੈ, ਜਿੱਥੇ ਲਗਾਤਾਰ ਮੌਤਾਂ ਵੱਧ ਰਹੀਆਂ ਨੇ। ਇਸ ਵੇਲੇ 5,500 ਹੋ ਚੁੱਕੀਆਂ ਨੇ। ਇਹ ਬਾਕੀ ਸਾਰਿਆਂ ਤੋਂ ਮਗਰੋਂ ਤੁਰਿਆ ਸੀ, ਜੀ ਪਰ ਜਿੱਦਾਂ ਇਹ ਤੇਜ਼ੀ ਨਾਲ ਵੱਧਦਾ ਜਾ ਰਿਹਾ, ਉਹਦੇ ਤੋਂ ਡਰ ਇਹ ਆ ਕਿ ਇਹਦੇ ਵਿੱਚ ਜੇ ਬਿਮਾਰੀ ਕੰਟਰੋਲ ਨਾ ਹੋਈ ਤਾਂ ਨੁਕਸਾਨ ਹੋ ਸਕਦਾ। ਜੀ ਇਹਦੇ 'ਚ ਆਪਾਂ ਇੰਡੀਆ ਦੀ ਗੱਲ ਵੀ ਕਰ ਲਈ ਬੰਸ ਸਾਹਿਬ, ਹੋਣ ਲੱਗਿਆ, ਕਿਉਂਕਿ ਮੈਨੂੰ ਇਹ ਜਾਪਦਾ ਕਿ ਵੀ ਇੱਕ ਪਾਸੇ ਤਾਂ ਜਦੋਂ ਆਪਾਂ ਹੁਣ ਆਹ ਗੱਲ ਕਰ ਰਹੇ ਹਾਂ, ਅਤੇ ਕੱਲ੍ਹ ਨੂੰ 20 ਤਰੀਕ ਹੋਣੀ ਆ, ਅਤੇ 20 ਤਰੀਕ ਉਹ ਤਰੀਕ ਹੈ ਜਦੋਂ ਪਿਛਲੇ ਸਮੇਂ 'ਚ ਮੋਦੀ ਸਾਹਿਬ ਦੇ ਭਾਸ਼ਣ ਤੋਂ ਬਾਅਦ ਉਹ ਤਰੀਕ ਮਿਥੀ ਗਈ ਸੀ ਕਿ ਵੀ ਆਪਾਂ ਛੋਟਾਂ ਦੇਵਾਂਗੇ।
ਤੇ ਛੋਟਾਂ ਦੇ ਵਿੱਚ ਤੇ ਬਿਆਨ ਦੇ ਵਿੱਚ 3-4 ਦਿਨ ਲੰਘੇ ਆ ਤੇ 3-4 ਦਿਨਾਂ ਦੇ ਵਿੱਚ ਤਾਂ ਅੱਗੇ ਨਾਲੋਂ ਕੰਮ ਖਿਲ ਰਿਹਾ ਜਾਪਦਾ। ਹਾਂ, ਖਿਲ ਰਿਹਾ ਬਿਲਕੁਲ। ਪਹਿਲਾਂ ਨਾਲੋਂ ਮੌਤਾਂ ਵਧੀਆਂ ਨੇ, ਜੀ ਪਹਿਲਾਂ ਨਾਲੋਂ ਕੇਸ ਵਧੇ ਨੇ। ਅੱਜ ਭਾਰਤ ਵਿੱਚ ਜਿਹੜੇ ਕਰੋਨਾ ਦੇ ਕੇਸ ਨੇ, ਉਹਨਾਂ ਕੇਸਾਂ ਦੀ ਗਿਣਤੀ 15,000 ਤੋਂ ਟੱਪ ਚੁੱਕੀ ਹੈ, 15.5 ਤੋਂ ਵੀ। ਜੀ 15,712 ਇਸ ਵੇਲੇ ਦੱਸੀ ਜਾ ਰਹੀ ਹੈ, ਘੜੀ ਕੁ ਦਾ ਪਤਾ ਕੋਈ ਨਹੀਂ। ਮੌਤਾਂ ਦੀ ਗਿਣਤੀ 500 ਤੋਂ ਟੱਪ ਗਈ ਹੈ, ਇਸ ਵੇਲੇ 507 ਦੱਸ ਰਿਹਾ। ਪਰ ਅਜੇ ਡਰ ਇਹ ਹੈ ਕਿ ਕੁਝ ਸੂਬਿਆਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ, ਸ਼ਾਇਦ ਉਹ ਇਹ 'ਚ ਸ਼ਾਮਲ ਨਹੀਂ ਕੀਤੀਆਂ। ਜੀ ਗੁਜਰਾਤ ਦੀਆਂ ਵੀ ਖਬਰਾਂ ਆ ਰਹੀਆਂ ਨੇ, ਪਰ ਅੰਕੜੇ ਜਿਹੜੇ ਨੈਸ਼ਨਲ ਲੈਵਲ 'ਤੇ ਉਹ ਅਜੇ ਉਹੀ ਆ। ਇਹਦਾ ਕਰਕੇ 507 ਤੋਂ ਵੀ ਕੁਝ ਵੱਧ ਸਕਦੀਆਂ ਨੇ। ਜਿਹੜਾ ਅੱਡ-ਅੱਡ ਸੂਬਿਆਂ ਦੀ ਸਥਿਤੀ ਹੈ ਉਹ ਇਸ ਤਰ੍ਹਾਂ ਕਿ ਮਹਾਰਾਸ਼ਟਰ ਦੇ ਵਿੱਚ 3651 ਕੇਸ ਨੇ ਤੇ 201 ਮੌਤਾਂ ਹੋ ਚੁੱਕੀਆਂ ਨੇ। ਜੀ ਇਸ 201 ਦੇ ਵਿੱਚੋਂ ਅੱਧੀਆਂ ਤੇ ਤੁਸੀਂ ਸਮਝ ਲਓ ਕਿ ਅੱਧੇ ਤੋਂ ਵੱਧ ਤਾਂ ਮੁੰਬਈ 'ਚ ਹੀ ਆ, ਜੀ ਤੇ ਜਿੰਨੀਆਂ ਮੁੰਬਈ 'ਚ ਆ ਉਹਦਾ ਅੱਧ ਕਰ ਲਓ ਪੁਣੇ 'ਚ, ਬਾਕੀ ਸਾਰੇ ਸੂਬੇ 'ਚ ਤਾਂ ਘੱਟ ਆ, ਜੀ ਉੱਥੇ ਹੀ ਆ। ਦੂਸਰੇ ਨੰਬਰ ਦੇ ਉੱਤੇ ਇਸ ਵੇਲੇ ਫਿਰ ਚੱਲਦਾ ਪਿਆ ਜਿਹੜਾ ਮੱਧ ਪ੍ਰਦੇਸ਼ ਆ, ਉੱਥੇ ਕੇਸ 1407 ਨੇ ਤੇ ਮੌਤਾਂ 69 ਹੋ ਚੁੱਕੀਆਂ। ਦਿੱਲੀ ਦੇ ਵਿੱਚ ਕੇਸ ਉਹਦੇ ਤੋਂ ਵੱਧ ਨੇ 1893, ਪਰ ਮੌਤਾਂ ਅਜੇ ਘੱਟ ਨੇ, ਉੱਥੇ 42 ਮੌਤਾਂ ਨੇ। ਜੀ ਜਿਹੜਾ ਗੁਜਰਾਤ ਹੈ ਉਹਦੇ ਵਿੱਚ ਵੀ ਕੇਸ ਘੱਟ ਨੇ। ਮੱਧ ਪ੍ਰਦੇਸ਼ ਤੇ ਗੁਜਰਾਤ ਦੋਵੇਂ ਬੀਜੇਪੀ ਰੂਲਡ ਸਟੇਟਸ ਨੇ, ਦੋਵਾਂ ਵਿੱਚ ਕੇਸ ਘੱਟ ਨੇ, ਇੱਕ 'ਚ 1407 ਤੇ ਇੱਕ 'ਚ 1376, ਤੇ ਦਿੱਲੀ ਦੇ ਕੇਸ ਵੱਧ ਨੇ 1893, ਪਰ ਇਹਨਾਂ ਦੋਵਾਂ 'ਚ ਮੌਤਾਂ ਵੱਧ ਨੇ। ਮੱਧ ਪ੍ਰਦੇਸ਼ 'ਚ 69, ਗੁਜਰਾਤ ਵਿੱਚ 48 ਤੇ ਦਿੱਲੀ ਵਿੱਚ 42 ਹੈ। ਜੀ ਇਹਦਾ ਮਤਲਬ ਦਿੱਲੀ 'ਚ ਕੁਝ ਨਾ ਕੁਝ ਜਕੜ ਹੈਗੀ ਆ, ਕੁਝ ਕੰਟਰੋਲ ਹੈ। ਕੇਸ ਬਿਨਾਂ ਸ਼ੱਕ ਵੱਧ ਗਏ, ਪਰ ਉਹਨਾਂ ਕੇਸਾਂ 'ਚ ਰਿਕਵਰੀ ਵੀ ਹੈ, ਜੀ। ਤੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਕੁਆਰੰਟਾਈਨ ਕੀਤਾ ਤੇ ਇਲਾਜ ਕਰ ਰਹੇ ਆ, ਉੱਥੇ ਮੌਤਾਂ ਦੀ ਗਿਣਤੀ ਘੱਟ ਹੋ ਰਹੀ ਹੈ, ਇਹਨਾਂ ਸੂਬਿਆਂ 'ਚ ਵੱਧ ਹੋ ਰਹੀ ਹੈ। ਇਹ ਇੱਥੇ ਹੋ ਰਹੀ ਹੈ। ਤਾਮਿਲਨਾਡੂ ਦੇ ਵਿੱਚ 1372 ਕੇਸ ਨੇ, 15 ਮੌਤਾਂ ਨੇ। ਰਾਜਸਥਾਨ 'ਚ 1351 ਕੇਸ ਨੇ, 3 ਮੌਤਾਂ ਨੇ। ਯੂਪੀ ਦੇ ਵਿੱਚ 969 ਕੇਸ ਨੇ, 14 ਮੌਤਾਂ ਨੇ। ਤੇਲੰਗਾਨਾ 'ਚ 809 ਕੇਸ ਨੇ, 18 ਮੌਤਾਂ ਹੋ ਚੁੱਕੀਆਂ। ਕੇਰਲਾ 'ਚ 400 ਕੇਸ ਨੇ, 4 ਮੌਤਾਂ, 3 ਤੇ ਕਨਫਰਮ ਸੀ ਪਰਸੋਂ ਤੱਕ। ਜੀ ਚੌਥੀ ਜਿਹੜੀ ਕੱਲ੍ਹ ਆਈ ਉਹਦੇ ਬਾਰੇ ਅਜੇ ਵੀ ਕਹਿੰਦੇ ਜੀ ਟੈਸਟ ਹੋ ਰਹੇ ਆ ਪੋਜ਼ੀਟਿਵ ਕਿ ਨਹੀਂ, ਇਹ ਹੁਣ ਉਸ ਤੋਂ ਬਾਅਦ ਪਤਾ ਲੱਗੇਗਾ, ਉਹਨੂੰ ਚੌਥੀ ਨੂੰ ਅਜੇ ਇਹ 'ਚ ਗਿਣ ਨਹੀਂ ਰਹੇ। ਕਰਨਾਟਕਾ 'ਚ 384 ਕੇਸ ਨੇ, 13 ਮੌਤਾਂ। ਪੱਛਮੀ ਬੰਗਾਲ ਦੇ ਵਿੱਚ 310 ਕੇਸ ਨੇ, 10 ਮੌਤਾਂ ਨੇ। ਜੰਮੂ ਕਸ਼ਮੀਰ ਦੇ ਵਿੱਚ 341 ਕੇਸ ਹੈ, 5 ਮੌਤਾਂ ਨੇ। ਹਰਿਆਣੇ ਦੇ ਵਿੱਚ 225 ਕੇਸ ਹੈ ਤੇ 3 ਮੌਤਾਂ ਨੇ। ਜੀ ਇਹਦੇ 'ਚ 500 ਪੰਜਾਬ ਦੀ ਆਪਾਂ ਗੱਲ ਕਰੀਏ ਜੀ, ਪੰਜਾਬ ਦੇ ਵਿੱਚ ਕੱਲ੍ਹ ਦੇ ਦਿਨ 'ਚ ਕਹਿੰਦੇ ਬਹੁਤ ਸਾਰੇ ਕੇਸ ਵਧੇ ਆ ਜੀ। ਦੇਖੋ, ਪੰਜਾਬ ਦੇ ਵਿੱਚ ਕੇਸ ਵਧੇ ਨੇ, ਔਰ ਕੇਸ ਹੁਣ ਤਾਂ 237 ਹੋ ਗਏ ਨੇ। ਮੌਤਾਂ 16 ਹੋ ਗਈਆਂ। ਕੱਲ੍ਹ ਦੀ ਅਨਿਲ ਕੋਹਲੀ ACP ਵਾਲੀ ਮੌਤ ਹੋ ਗਈ ਆ, ਜੀ ਉਹ ਜਿਹੜੀ ਮੌਤ ਹੈ ਉਹਦੇ ਨਾਲ ਇਹ 16 ਤੱਕ ਪਹੁੰਚ ਚੁੱਕੇ ਨੇ। ਕੇਸ ਕੁਝ ਲਗਾਤਾਰ ਵੱਧਦੇ ਜਾ ਰਹੇ। ਕੱਲ੍ਹ ਪਟਿਆਲੇ 'ਚ ਤੇਜ਼ੀ ਨਾਲ ਵਧੇ, ਜੀ ਪਿਛਲੇ 3 ਦਿਨ ਜਲੰਧਰ 'ਚ ਵਧੇ ਸੀ। ਜਿਹੜੇ ਪਟਿਆਲੇ 'ਚ ਤੇਜ਼ੀ ਨਾਲ ਵਧਿਆ, ਉੱਥੋਂ ਇੱਕ ਰਿਪੋਰਟ ਆਈ ਹੈ ਕਿ ਇੱਕ ਬੁੱਕ ਸੈਲਰ ਹੈ, ਕਿਤਾਬਾਂ ਵੇਚਣ ਵਾਲਾ ਬੰਦਾ, ਜੀ ਉਹਦੇ ਕੋਲ ਜਿੰਨੇ ਕੁ ਕਸਟਮਰ ਜਾਂਦੇ ਰਹੇ, ਉਹ ਕਸਟਮਰ ਕਿੰਨੇ ਕੁ ਲੋਕਾਂ ਨੂੰ ਮਿਲਿਆ ਕਹਿੰਦੇ ਨੇ 9 ਜਣੇ ਇਹੋ ਜਿਹੇ ਨਿਕਲੇ ਆ ਜਿਹੜੇ ਕਹਿੰਦੇ ਆ ਕਿ ਉੱਥੋਂ ਇਨਫੈਕਟਡ ਹੋਏ ਨੇ। ਜੀ ਹੁਣ ਇਹ ਇੱਕ ਸਾਈਟ ਨੇ ਲਿਖਿਆ, ਬਾਕੀਆਂ ਨੇ ਨਹੀਂ ਲਿਖਿਆ ਅਜੇ। ਮੈਂ ਕਈਆਂ ਥਾਵਾਂ ਤੋਂ ਰਿਪੋਰਟ ਲੱਭਣ ਦਾ ਯਤਨ ਕੀਤਾ, ਪਰ ਸਿਰਫ ਇੱਕ ਸਾਈਟ ਨੇ ਲਿਖਿਆ ਕਿ 9 ਜਣੇ ਇੱਕ ਕਿਤਾਬਾਂ ਵੇਚਣ ਵਾਲੇ ਤੋਂ, ਬੁੱਕ ਸੈਲਰ ਤੋਂ, ਉਹ ਇਨਫੈਕਟਡ ਹੋਏ ਨੇ। ਜੀ ਸੱਚੀ ਆ ਕਿ ਨਹੀਂ, ਕਈ ਵਾਰੀ ਇੱਕ ਅੱਧੀ ਸਾਈਟ ਲਿਖ ਦਿੰਦੀ ਆ, ਬਾਕੀ ਨਹੀਂ ਲਿਖਦੀਆਂ। ਕਈ ਵਾਰੀ ਇਹ ਵੀ ਹੁੰਦਾ ਕਿ ਉਹ ਕਹਿੰਦੇ ਕਨਫਰਮ ਕੀਤਾ ਜਾਵੇ, ਜਦ ਤੱਕ ਕਨਫਰਮ ਨਹੀਂ ਅਸੀਂ ਲਿਖਣਾ ਨਹੀਂ। ਜੀ ਇੱਦਾਂ ਦੇ ਚੱਕਰ ਕਈ ਵਾਰ ਚੱਲਦੇ ਆ। ਇੱਕ ਖਬਰ ਦੇ ਦਿੱਤੀ ਜਾਂਦੀ ਆ, ਫਿਰ ਪ੍ਰਸ਼ਾਸਨ ਕਹਿੰਦਾ ਇਹ ਖਬਰ ਠੀਕ ਨਹੀਂ। ਕਿਸੇ ਥਾਂ 'ਤੇ ਮੌਤ ਦੀ ਖਬਰ ਆ ਜਾਂਦੀ ਆ, ਉਹ ਕਹਿੰਦੇ ਜੀ ਮੌਤ ਹੋ ਤਾਂ ਗਈ ਆ, ਪਰ ਅਜੇ ਅਸੀਂ ਕਨਫਰਮ ਨਹੀਂ ਕਰਦੇ, ਅਜੇ ਟ੍ਰੀਟਮੈਂਟ ਚੱਲਦਾ, ਅਜੇ ਇੰਸਟਰੂਮੈਂਟ ਲੱਗੇ, ਅਜੇ ਵੈਂਟੀਲੇਟਰ ਲੱਗਾ। ਜਦ ਤੱਕ ਸਿਹਤ ਵਿਭਾਗ ਦੇ ਡਾਕਟਰ ਕਨਫਰਮ ਨਾ ਕਰਨ, ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਜੀ 42 ਜਣੇ ਇਰਾਕ ਦੇ ਵਿੱਚ ਮਾਰੇ ਗਏ ਸੀ, 41 ਸਾਡੇ ਪੰਜਾਬੀ ਸਨ ਤੇ ਇੱਕ ਸੀਗਾ ਹਰਿਆਣੇ ਦਾ, ਜਿਵੇਂ ਭੁੱਲਦਾ ਨਹੀਂ 42 ਸੀ ਜਾਂ 41 ਸਨ ਕੁੱਲ। ਜੀ ਉਹ ਮੁੜ ਮੁੜ ਕੇ ਕੇਸ ਆਉਂਦਾ ਸੀ ਪਾਰਲੀਮੈਂਟ ਦੇ ਵਿੱਚ ਕਿ ਗੁਰਦਾਸਪੁਰ ਦਾ ਹਰਜੀਤ ਕਹਿੰਦਾ ਜੀ ਮੇਰੀਆਂ ਅੱਖਾਂ ਸਾਹਮਣੇ ਸਾਰਿਆਂ ਨੂੰ ਗੋਲੀ ਮਾਰੀ ਗਈ। ਸੁਸ਼ਮਾ ਸਵਰਾਜ ਕਹਿੰਦੀ ਸੀ ਮੈਂ ਉਹਨਾਂ ਨੂੰ ਡਿਕਲੇਅਰ ਨਹੀਂ ਕਰ ਸਕਦੀ। ਉਹ ਕਹਿੰਦੇ ਜੀ ਫਰਜ਼ ਕਰੋ ਕਿ ਮੈਂ ਡਿਕਲੇਅਰ ਕਰ ਦਿਆਂ, ਕੱਲ੍ਹ ਨੂੰ ਉਹਨਾਂ 'ਚੋਂ ਕੋਈ ਜਿੰਦਾ ਆ ਜਾਵੇ।
ਉਹਦਾ ਪਰਿਵਾਰ ਇਹ ਤਾਂ ਆਖੂਗਾ ਨਾ ਕਿ ਸਾਡੇ ਤੇ ਅਜੇ ਜਿਉਂਦੇ ਸੀ, ਇਹਨੇ ਪਹਿਲੇ ਮਰ ਗਏ ਮੰਨ ਲਿਆ। ਜੀ ਉਹ ਕਹਿੰਦੀ ਜਦ ਤੱਕ ਇਹ ਕਨਫਰਮ ਨਹੀਂ ਹੁੰਦਾ, ਮੇਰੀ ਉੱਥੇ ਜਿਹੜੀ ਅੰਬੈਸੀ ਆ ਉਹ ਇਹ ਕਹਿੰਦੀ ਨਹੀਂ ਕਿ ਉਹ ਮਰੇ ਆ। ਜਿਹੜੀ ਇਰਾਕ ਦੀ ਸਰਕਾਰ ਉਹ ਕਹਿੰਦੀ ਨਹੀਂ ਕਿ ਉਹ ਮਰ ਗਏ। ਜਦ ਤੱਕ ਸਰਕਾਰੀ ਤੌਰ ਤੇ ਗੱਲ ਕਨਫਰਮ ਨਹੀਂ ਹੁੰਦੀ ਅਸੀਂ ਨਹੀਂ ਕਹਿ ਸਕਦੇ। ਉਹਦੇ ਤੋਂ ਬਾਅਦ ਜਦੋਂ ਹਾਲਾਤ ਬਦਲ ਗਏ, ਆਈਐਸ ਵਾਲੇ ਜਿਹੜੇ ਆ ਉਹ ਕੁਝ ਮਰ ਗਏ, ਕੁਝ ਭੱਜ ਗਏ ਇਰਾਕ 'ਚੋਂ। ਇਰਾਕ ਦੀ ਸਰਕਾਰ ਨੇ ਵੀ ਆਖਿਆ ਕਿ ਹੁਣ ਅਸੀਂ ਕਹਿੰਦੇ ਹਾਂ ਜੀ ਉਹ ਮਰ ਗਏ। ਜੀ ਤੇ ਫਿਰ ਸੁਸ਼ਮਾ ਸਵਰਾਜ ਨੇ ਆਖਿਆ ਸੀ ਹਾਂ ਹੁਣ ਸਾਨੂੰ ਮੰਨਣਾ ਪਊਗਾ ਕਿ ਉਹ ਮਰ ਗਏ। ਸਾਡੇ ਕੋਲ ਕਾਰਗਿਲ ਦੀ ਜੰਗ ਦਾ ਵੀ ਹੈ, 2 ਨੌਜਵਾਨ ਇੱਥੇ ਮਰ ਗਏ ਮੰਨ ਲਏ ਗਏ ਸੀ। ਉਹਨਾਂ 'ਚੋਂ ਇੱਕ ਦੀ ਘਰਵਾਲੀ ਰੁੱਸ ਕੇ ਪੇਕੇ ਚਲੀ ਗਈ ਕਿਉਂਕਿ ਜਿਹੜੇ ਸਰਕਾਰ ਤੋਂ ਮਦਦ ਮਿਲੀ ਸੀ। ਘਰ ਦੇ ਵਿੱਚ ਰੇੜਕਾ ਸੀ ਕਿ ਸੱਸ ਨੂੰ ਪੈਸੇ ਮਿਲਣ ਕਿ ਨੌਂ ਨੂੰ ਮਿਲਣ। ਜੀ ਪੈਸਿਆਂ ਦੀ ਲੜਾਈ ਇੰਨੀ ਵੱਧ ਗਈ ਕਿ ਕੁੜੀ ਪੇਕੇ ਚਲੀ ਗਈ। ਦੂਸਰੀ ਜਿਹੜੀ ਸੀ ਉਹ ਸਹੁਰਿਆਂ ਦੀ ਸਲਾਹ ਨਾਲ ਪੇਕਿਆਂ ਨੇ ਦੂਜੇ ਥਾਂ ਵਸਾਤੀ। ਇੱਕ ਬੱਚਾ ਪਹਿਲੇ ਤੋਂ ਸੀ, ਦੂਜਾ ਜਾ ਕੇ ਉੱਤੋਂ ਹੋ ਗਿਆ। ਉਹ ਦੋਵੇਂ ਮੁੰਡੇ ਬਾਅਦ 'ਚ ਪਾਕਿਸਤਾਨ ਵਾਲਿਆਂ ਨੇ ਇਹ ਕਿਹਾ ਜੀ ਸਾਡੇ ਜੰਗੀ ਕੈਦੀ ਆ ਕਾਰਗਿਲ ਦੀ ਜੰਗ ਦੇ, ਉਹਨਾਂ ਨੇ ਵਾਪਸ ਕਰਤੇ। ਅਗਲੇ ਸਾਲ ਜਦੋਂ ਵਾਪਸ ਆਏ, ਜਿਹਦੀ ਤੇ ਰੁੱਸ ਕੇ ਪੇਕੇ ਚਲੀ ਗਈ ਸੀ, ਉਹਨੇ ਆਖਿਆ ਸੰਕਟ ਦੇ ਸਮੇਂ ਮੇਰੇ ਮਾਂ ਪਿਓ ਨਾਲ ਨਹੀਂ ਰਹੀ ਤੇ ਮੈਂ ਹੁਣ ਇਹਨੂੰ ਸੱਦਣਾ ਨਹੀਂ। ਜੀ ਪਰ ਜਿਹਦੀ ਦੂਜੇ ਥਾਂ ਬਹਿ ਗਈ ਸੀ ਉਹ ਆਖੇ ਮੈਂ ਵਾਪਸ ਲਿਆਉਣੀ ਆ, ਉੱਥੋਂ ਵਾਲਾ ਆਖੇ ਮੈਂ ਭੇਜਣੀ ਨਹੀਂ। ਹੁਣ ਉਹ ਰੇੜਕਾ ਕਿਉਂ ਪਿਆ? ਬਾਅਦ ਵਿੱਚ ਤੇ ਮੌਲਵੀਆਂ ਨੇ ਸਾਂਝੇ ਤੌਰ ਤੇ ਬੈਠ ਕੇ ਆਖਿਆ ਕਿ ਕੁੜੀ ਨੂੰ ਪੁੱਛ ਲਓ। ਕੁੜੀ ਨੇ ਆਖਿਆ ਜੀ ਮੈਂ ਅਜੇ ਵੀ, ਕਿਉਂਕਿ ਪਹਿਲਾਂ ਮੇਰਾ ਅਸਲੀ ਪਤੀ ਤੇ ਉਹ ਸੀ, ਜੀ ਦੂਜੇ ਦੇ ਤੇ ਮਜਬੂਰੀ 'ਚ ਬਿਠਾਈ ਸੀ, ਮੈਂ ਜਾਣ ਨੂੰ ਤਿਆਰ ਹਾਂ, ਪਰ ਇਹਨੂੰ ਕਹੋ ਕਿ ਮੇਰੇ ਨਾਲ ਵਾਅਦਾ ਕਰੇ ਕਿ ਜਿਹੜਾ ਦੂਜੇ ਦਾ ਬੱਚਾ ਉਹਨੂੰ ਵੀ ਆਪਣਾ ਬੱਚਾ ਮੰਨੂਗਾ। ਜੀ ਉਹਨੇ ਆਖਿਆ ਮੈਂ ਮੰਨੂਗਾ ਤੇ ਉਹਨਾਂ ਤੁਰ ਗਈ ਸੀ। ਪਰ ਰੇੜਕਾ ਪਿਆ ਕਿਉਂ? ਕਿ ਉਹ ਬੰਦੇ ਮਰ ਗਏ ਨਹੀਂ ਸੀ, ਉਹ ਜਿਉਂਦੇ ਸੀ, ਪਾਕਿਸਤਾਨ ਦੀ ਕੈਦ ਵਿੱਚ ਸੀ। ਇੱਥੇ ਜਿਉਂਦਿਆਂ ਨੂੰ ਮਰ ਕੇ ਮੰਨ ਲਿਆ ਗਿਆ ਸੀ। ਜਦੋਂ ਜਿਉਂਦਿਆਂ ਨੂੰ ਮਰ ਕੇ ਮੰਨ ਲਿਆ ਜਾਂਦਾ, ਉਹਦਾ ਕਰਕੇ ਇਹ ਸਮੱਸਿਆ ਕਈਆਂ ਥਾਵਾਂ ਤੇ ਆ ਜਾਂਦੀ ਹੈ। ਜੀ ਆਹ ਅੰਕੜਿਆਂ ਦੇ ਮਾਮਲਿਆਂ ਵਿੱਚ ਵੀ ਹੈ। ਅਸੀਂ ਜਦ ਤੱਕ ਕੋਈ ਗੱਲ ਕਨਫਰਮ ਨਾ ਹੋ ਜਾਵੇ ਉਹਨਾਂ 'ਚ ਕਹਿ ਨਹੀਂ ਸਕਦੇ। ਕਈ ਅੰਕੜੇ ਸਾਨੂੰ ਇੱਥੋਂ ਪਤਾ ਲੱਗਦੇ ਪਏ ਨੇ। ਹੁਣ ਇੱਥੇ ਮਿਸਾਲ ਦੇ ਤੌਰ ਤੇ ਕੱਲ ਜਲੰਧਰ ਦੇ ਅਰਬਨ ਸਟੇਟ ਏਰੀਏ 'ਚ ਆ ਸਾਰੇ ਇਲਾਕੇ 'ਚ ਰੌਲਾ ਪੈ ਗਿਆ। ਉਹ ਜੀ ਇੱਕ ਜਣ ਨੂੰ ਇੱਥੇ ਕਰੋਨਾ ਪਾਜ਼ਿਟਿਵ ਹੈ। ਰੌਲਾ ਪੈਂਦਿਆਂ ਪੈਂਦਿਆਂ ਉੱਥੇ ਚਲਾ ਗਿਆ। ਇੱਕ ਮਾਈ ਸੀ, ਉਹਨੂੰ ਲੈ ਕੇ ਚੁੱਕ ਕੇ ਉਹਦਾ ਘਰ, ਉਹਦਾ ਮਹੱਲਾ ਐ 4 ਰੁਪਏ ਬਲਾਕ ਕਰਤਾ। ਇਹੋ ਜਿਹੀ ਕੱਖ ਗੱਲ ਨਹੀਂ ਸੀ। ਜੀ ਗੱਲ ਕੀ ਨਿਕਲੀ ਕਿ ਪੈਟਰੋਲ ਪੰਪ ਤੇ ਇੱਕ ਬੰਦਾ ਕੰਮ ਕਰਦਾ ਸੀ, ਉਹ ਬਿਮਾਰ ਸੀ, ਡਾਕਟਰਾਂ ਨੂੰ ਵਿਖਾਇਆ। ਮੁੱਢਲੇ ਸ਼ੱਕ ਦੇ ਤੌਰ ਤੇ ਉਹਨੇ ਸਮਝਿਆ ਕਿ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਉਹਨੂੰ ਇਕੱਲੇ ਨੂੰ ਲੈ ਕੇ ਗਿਆ ਸੀ। ਉਹਦਾ ਕਰਕੇ ਪੁਲਿਸ ਆਈ, ਲੈ ਗਏ ਉਹਦਾ ਰੌਲਾ ਪੈ ਗਿਆ। ਫਿਰ ਕਿਹਨੂੰ ਲੈ ਗਏ? ਕਹਿੰਦੇ ਜੀ ਉਸ ਨੁੱਕਰ ਤੇ ਆਏ ਸੀ। ਕਿੱਥੇ? ਉੱਥੇ ਫਲਾਣੇ ਤਾਂ ਗੱਡੀ ਖੜੀ ਸੀ। ਉਹ ਨਾਲ ਦੀ ਗਲੀ 'ਚ ਕੌਣ? ਉੱਥੇ ਇੱਕ ਮਾਈ ਰਹਿੰਦੀ ਸੀ ਕਿ ਉਹੋ ਹੀ ਹੋਣੀ ਹੈ, ਫਿਰ ਉਹ ਇਕੱਲੀ ਰਹਿੰਦੀ ਸੀ। ਜੀ ਇੱਥੇ ਸਾਰੇ ਇਹ ਰੌਲਾ ਪੈ ਗਿਆ ਕਿ ਅਰਬਨ ਸਟੇਟ ਤੇ ਗੜਾ ਏਰੀਆ ਜੀ 4 ਰੁਪਏ ਲਾਕਡਾਊਨ ਕਰ ਦਿੱਤਾ ਗਿਆ। ਹੁਣ ਹੋਇਆ ਕੱਖ ਵੀ ਨਹੀਂ। ਇਸ ਤਰ੍ਹਾਂ ਦੀਆਂ ਵੀ ਗੱਲਾਂ ਆਈਆਂ ਨੇ। ਅੱਜ ਦੀ ਤਰੀਕ 'ਚ ਵੀ ਮੇਰੇ ਕੋਲ ਇਹੋ ਜਿਹੇ ਬਹੁਤ ਸਾਰੇ ਕੇਸ ਆ ਜਿਨ੍ਹਾਂ ਦਾ ਰੌਲਾ ਪੈ ਰਿਹਾ। ਅੱਜ ਜਿੰਨੇ ਲੋਕ ਨੇ ਰੌਲਾ ਪੈ, ਸਾਡੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਇੱਕ ਮੁੰਡਾ ਕੱਲ੍ਹ ਪੁਲਿਸ ਨੇ ਜੇਲ੍ਹ ਭੇਜਿਆ। ਜੀ ਉਹਦਾ ਕਾਰਨ ਕੀ ਹੈ? ਮੁਸਲਮਾਨ ਮੁੰਡਾ ਸੀ। ਕੁਝ ਦਿਨ ਪਹਿਲਾਂ ਉਹਦੇ ਬਾਰੇ ਸ਼ੱਕ ਹੋਇਆ। ਡਾਕਟਰਾਂ ਨੇ ਆਖਿਆ ਇਹਨੂੰ ਕੁਆਰੰਟਾਈਨ 'ਚ ਰੱਖੋ, ਉਹਦੀਆਂ ਟੈਸਟ ਰਿਪੋਰਟਾਂ ਆਉਣ ਤੱਕ ਇਹਨੂੰ ਬਾਹਰ ਨਹੀਂ ਨਿਕਲਣ ਦੇਣਾ। ਉਹ ਉੱਥੇ ਘਬਰਾ ਗਿਆ ਵੀ ਪਤਾ ਨਹੀਂ ਮੈਨੂੰ ਅੰਦਰ ਰੱਖ ਕੇ ਕੀ ਕਰਨਗੇ, ਪਤਾ ਨਹੀਂ ਜੇ ਮੇਰਾ ਪੋਜ਼ੀਟਿਵ ਨਿਕਲਿਆ ਤੇ ਮੇਰਾ ਕੀ ਕਰ ਦੇਣਗੇ। ਉਹ ਇੱਕ ਦਿਨ ਉੱਥੋਂ ਭੱਜ ਗਿਆ। ਉਹਨੂੰ ਭੱਜੇ ਜਾਂਦੇ ਨੂੰ ਚੱਬੇਵਾਲ ਦੇ ਕੋਲ ਪੁਲਿਸ ਨੇ ਤੇ ਸਿਹਤ ਵਿਭਾਗ ਦੀ ਟੀਮ ਨੇ ਫੜ ਲਿਆ। ਬਾਅਦ ਵਿੱਚ ਟੈਸਟ ਆਏ ਤੇ ਰਿਪੋਰਟ ਵਿੱਚ ਪਤਾ ਲੱਗਾ ਕਿ ਨੈਗੇਟਿਵ ਆ। ਹੁਣ ਤਾਂ ਪ੍ਰੋਬਲਮ ਹੀ ਕੋਈ ਨਹੀਂ। ਜੀ ਹੁਣ ਨੈਗੇਟਿਵ ਦੀ ਰਿਪੋਰਟ ਜਿਹੜੀ ਆ ਉਹ ਵੱਖਰੀ ਆ, ਪਰ ਇੰਨੇ ਚਿਰ ਦੌਰਾਨ ਉਹਦਾ ਜਿਹੜਾ ਸੀ ਕਿ ਕੁਆਰੰਟਾਈਨ 'ਚੋਂ ਭੱਜ ਕੇ ਗਿਆ, ਉਹਦੇ ਉੱਤੇ ਇੱਕ ਮੁਕੱਦਮਾ ਦਰਜ ਹੋ ਚੁੱਕਾ ਸੀ। ਉਸ ਮੁਕੱਦਮੇ ਦੇ ਬੇਸ ਤੇ ਕਿ ਉਹਨੇ ਲਾਕਡਾਊਨ ਜਿਹੜਾ ਕਰਫਿਊ ਜਿਹੜਾ ਉਹਦੀ ਉਲੰਘਣਾ ਕੀਤੀ ਹੈ, ਉਹਦੇ ਬੇਸ ਤੇ ਕਿ ਇਹਨੂੰ ਕੁਆਰੰਟਾਈਨ 'ਚ ਰੱਖਿਆ ਸੀ। ਇਹਨੇ ਇਹੋ ਜਿਹੇ ਮੌਕੇ 'ਤੇ ਬਿਮਾਰੀ ਰੋਕਣ ਵਿੱਚ ਮਦਦ ਨਹੀਂ ਕੀਤੀ, ਫੈਲਾਉਣ ਵਾਲੇ ਢੰਗ ਨਾਲ ਦੌੜਿਆ। ਉਹ ਕੇਸ ਇਹੋ ਜਿਹਾ ਬਣ ਗਿਆ ਕਿ ਕੱਲ੍ਹ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਕਰਕੇ ਕੋਈ ਵੀ ਮਾਮਲਾ ਜਦ ਤੱਕ ਸਾਡੇ ਕੋਲ ਕਨਫਰਮ ਨਾ ਹੋਵੇ ਅਸੀਂ ਬਿਲਕੁਲ ਨਹੀਂ ਕਹਿ ਸਕਦੇ। ਜਿਹੜੀ ਉਹ ਪਟਿਆਲੇ ਦੀ ਗੱਲ ਵੀ ਮੈਂ ਤੁਹਾਨੂੰ ਦੱਸੀ ਹੈ, ਉੱਥੇ ਬੜੀ ਤੇਜ਼ੀ ਨਾਲ ਕਹਿੰਦੇ ਜੀ ਕੇਸ ਵੱਧ ਗਏ। ਇੱਕ ਸਾਈਡ ਕਹਿ ਰਹੀ ਹੈ ਕਿ 9 ਜਾਣਿਆਂ ਨੂੰ ਤਾਂ ਇੱਕ ਬੁੱਕ ਸੈਲਰ ਤੋਂ ਹੀ ਹੋ ਗਿਆ। ਹੁਣ ਬੁੱਕ ਸੈਲਰ ਤੋਂ ਹੋਇਆ ਕਿ ਨਹੀਂ ਹੋਇਆ ਇਹ ਸਾਨੂੰ ਪਤਾ ਨਹੀਂ, ਪਰ ਇੱਕ ਸਾਈਡ ਕਹਿ ਰਹੀ, ਬਾਕੀਆਂ ਨਹੀਂ ਕਿਹਾ। ਅਤੇ ਜੇ ਇਹ ਗੱਲ ਸੱਚੀ ਹੋਵੇ ਤਾਂ ਫਿਰ ਉੱਥੋਂ ਵਾਲਾ ਬੁੱਕ ਸੈਲਰ ਹੋਰ ਥਾਵਾਂ 'ਤੇ ਵੀ ਹੋ ਸਕਦਾ। ਪੰਜਾਬ ਸਰਕਾਰ ਨੇ ਇਹ ਕਹਿ ਦਿੱਤਾ ਕਿ ਜਿਹੜਾ ਉਹ ਦਿੱਲੀ ਦੇ ਵਿੱਚ ਇੱਕ ਪੀਜ਼ਾ ਡਿਲੀਵਰੀ ਵਾਲਾ ਮੁੰਡਾ ਸੀ, ਡਿਲੀਵਰੀ ਬੋਏ, ਉਹ ਕਿੰਨੇ ਘਰਾਂ 'ਚ ਗਿਆ ਸੀ। ਉਹਦਾ ਕਰਕੇ ਕਿਉਂਕਿ ਬਹੁਤ 200 ਦੇ ਕਰੀਬ ਲੋਕਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਣਾ ਪਿਆ, ਸਾਰਿਆਂ ਨੇ ਟੈਸਟ ਕਰਾਉਣੇ ਪਏ ਨੇ। ਉਹਦਾ ਕਰਕੇ ਪੰਜਾਬ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਜਿਹੜੀ ਖਾਣ ਵਾਲੇ ਸਮਾਨ ਦੀ ਹੋਮ ਡਿਲੀਵਰੀ ਆ ਉਹ ਅਸੀਂ ਮਤਲਬ ਆਗਿਆ ਨਹੀਂ ਦੇਵਾਂਗੇ, ਉਹ ਵੀ ਬੰਦ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਹੈ। ਜੀ ਇਹ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਪਈਆਂ, ਇਹਦਾ ਕਰਕੇ
ਕੁਝ ਖੰਭਾਂ ਦੀਆਂ ਡਾਰਾਂ ਬਣਦੀਆਂ, ਕੁਝ ਗੱਲਾਂ 'ਚ ਸਰਕਾਰ ਚੌਕਸੀ ਰੱਖਦੀ ਹੈ, ਉੱਥੋਂ ਹਦਾਇਤ ਹੋਰ ਆਉਂਦੀ ਆ, ਥੱਲੇ ਹੋਰ ਹੁੰਦੀ ਆ। ਇਹ ਹਦਾਇਤਾਂ ਦਾ ਤਾਂ ਇੰਨਾ ਫਰਕ ਵੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਦਿਨ ਟੀਵੀ ਤੇ ਆਖਿਆ ਕਿ ਜਿਹੜੇ ਡਾਕਟਰ, ਉਹਨਾਂ ਨੇ ਆਖਿਆ ਸੀ ਕਿ ਜਿਹੜਾ ਫੌਜੀ ਜੰਗ 'ਚੋਂ ਪਿੱਠ ਵਿਖਾ ਕੇ ਭੱਜਦਾ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜੀ। ਉਹਨੇ ਆਖਿਆ ਜਿਹੜੇ ਡਾਕਟਰ ਇਸ ਮੌਕੇ ਤੇ ਇਲਾਜ ਤੋਂ ਨਾ ਕਰਨਗੇ ਮੈਂ ਸਾਰਿਆਂ ਦਾ ਲਾਇਸੈਂਸ ਰੱਦ ਕਰ ਦੂੰ। ਪਰ ਥੱਲਿਓਂ ਇੱਕ ਡਿਪਟੀ ਕਮਿਸ਼ਨਰ ਨੇ ਹਸਪਤਾਲ ਨੂੰ ਆਰਡਰ ਜਾਰੀ ਕੀਤਾ ਸੀ ਕਿ ਜਿਹਨੇ OPD ਖੋਲੀ, ਇਹੋ ਜਿਹੇ ਮੌਕੇ ਤੇ ਹਸਪਤਾਲ ਖੋਲਿਆ, ਮੈਂ ਉਹਦਾ ਲਾਇਸੈਂਸ ਰੱਦ ਕਰ ਦੂੰ। ਹੁਣ ਮੁੱਖ ਮੰਤਰੀ ਕਹਿੰਦਾ ਨਾ ਖੋਲੀ ਤੇ ਲਾਇਸੈਂਸ ਰੱਦ ਕਰ ਦੂੰ, ਡਿਪਟੀ ਕਮਿਸ਼ਨਰ ਕਹਿੰਦਾ ਖੋਲਿਆ ਤੇ ਮੈਂ ਲਾਇਸੈਂਸ ਰੱਦ ਕਰ ਦੂੰ। ਉਹ ਡਾਕਟਰ ਕੀ ਕਰਨਗੇ? ਜਿਹੜਾ ਧਰਮਕੋਟ 'ਚ ਕੇਸ ਹੋਇਆ ਸੀ, ਉਹ ਕੁੜੀ ਦੀ ਡਿਲੀਵਰੀ ਹਸਪਤਾਲ ਕਿਸੇ ਨੇ ਵੀ ਨਹੀਂ ਸੀ ਕਰਵਾਈ, ਤੇ ਬਾਹਰ ਆ ਕੇ ਜਿੱਥੇ ਪੁਲਿਸ ਵਾਲੇ ਸੀ ਉਹਨਾਂ ਦੇ ਬੈਂਚ ਦੇ ਉੱਤੇ ਉਸ ਔਰਤ ਦੀ ਡਿਲੀਵਰੀ ਹੋਈ ਤੇ ਪੁਲਿਸ ਵਾਲਿਆਂ ਨੇ ਭੱਜ ਕੇ ਆਂਢ ਗੁਆਂਢ ਦੀਆਂ ਔਰਤਾਂ ਨੂੰ ਸੱਦਿਆ ਤੇ ਚਾਦਰਾਂ ਦਾ ਉਹਲਾ ਕਰਕੇ ਨੰਗੇ ਅਸਮਾਨ ਥੱਲੇ ਉਹਦੀ ਡਿਲੀਵਰੀ ਕਰਾਈ ਗਈ ਸੀ। ਉਹਦੀ ਪ੍ਰੋਬਲਮ ਇਹੋ ਹੀ ਸੀ ਕਿਉਂਕਿ ਉੱਪਰੋਂ ਪੰਜਾਬ ਸਰਕਾਰ ਦੇ ਹੋਰ ਆਰਡਰ ਸੀ, ਡਿਪਟੀ ਕਮਿਸ਼ਨਰ ਦੇ ਹੋਰ ਆਰਡਰ ਸੀ। ਇਹ ਜਿਹੜੀ ਸਮੱਸਿਆ ਕਈਆਂ ਥਾਵਾਂ ਤੇ ਆਉਂਦੀ ਪਈ ਆ, ਇਹਨਾਂ ਬਾਰੇ ਕੁਝ ਨਾ ਕੁਝ ਕਲੀਅਰ ਕੱਟ ਇੰਸਟਰਕਸ਼ਨਾਂ ਹੋਣੀਆਂ ਚਾਹੀਦੀਆਂ। ਉਹ ਕਲੀਅਰ ਕੱਟ ਇੰਸਟਰਕਸ਼ਨਾਂ ਅਜੇ ਤੱਕ ਬਿਲਕੁਲ ਨਹੀਂ ਮਿਲਦੀਆਂ ਪਈਆਂ। ਪਰ ਜਿਹੜੀਆਂ ਪੰਜਾਬ ਨੇ ਕੁਝ ਹੁਣ ਇੰਸਟਰਕਸ਼ਨਾਂ ਦਿੱਤੀਆਂ ਵੀ ਆ ਜੀ, ਕਹਿੰਦੇ ਉਹਦੇ ਵਿੱਚ ਕੁਝ ਹੋਰ ਰੋਕਾਂ ਤੇ ਸਖਤੀਆਂ ਦੀ ਵੀ ਗੱਲ ਹੈਗੀ, ਉਹ ਵੀ ਫਿਰ ਕੀ ਚੀਜ਼ ਹੈ? ਦੇਖੋ, ਰੋਕਾਂ ਤੇ ਸਖਤੀਆਂ ਦੀ ਗੱਲ ਇਹ ਆ ਕਿ ਉਹਨਾਂ ਨੇ ਕੁਝ ਚੀਜ਼ਾਂ ਆਖੀਆਂ ਨੇ ਕਿ ਅੱਗੋਂ ਹੁਣ ਘੱਟੋ ਘੱਟ ਗਰਮੀ ਆ ਜਾਣੀ ਆ ਜੀ। AC ਕੂਲਰ, ਜਿਹੜੀ ਮੇਰੇ ਕੋਲ ਹਦਾਇਤ ਆਈ ਹੈ, ਮੈਂ ਸਾਈਟ ਤੋਂ ਪੜ੍ਹੀ, ਉਹ ਇਹ ਆ ਕਿ AC ਤੇ ਕੂਲਰ ਇਹ ਅੱਗੋਂ ਲੋਕਾਂ ਨੂੰ ਚਲਾਉਣੇ ਪੈਣੇ ਆ। ਇਹਨਾਂ ਨੂੰ ਰਿਪੇਅਰ ਕਰਨ ਵਾਲੇ ਤੇ ਇਹਨਾਂ ਨੂੰ ਵੇਚਣ ਵਾਲੀਆਂ ਦੁਕਾਨਾਂ, ਉਹਨਾਂ ਨੂੰ ਛੋਟ ਮਿਲਦੀ ਆ ਜੀ। ਕੁਝ ਨਾ ਕੁਝ ਕੰਮ ਤਾਂ ਚਲਾਉਣਾ ਪਏਗਾ। ਦੂਜਾ ਇਹ ਕਿ ਜਿਹੜੇ ਰੋਡ ਸਾਈਡ ਢਾਬੇ ਨੇ, ਹੁਣ ਫਰਜ਼ ਕਰੋ ਉੱਥੋਂ ਲੋਕ ਅੱਜ ਕੱਲ੍ਹ ਦਿੱਲੀ ਨੂੰ ਵੀ ਜਾ ਰਹੇ ਨੇ, ਜੇ ਕੁਝ ਜਿਹੜੀਆਂ ਨੇ ਸ਼ਾਇਦ 8-10 ਫਲਾਈਟਸ ਜਿਹੜੀਆਂ ਇਹਨਾਂ ਨੇ ਬ੍ਰਿਟੇਨ ਵਾਲਿਆਂ ਨੇ ਵੀ ਚਲਾਈਆਂ ਨੇ ਜੀ। ਇੰਨਾ ਲੰਮਾ ਸਮਾਂ ਲੋਕੀ ਭੁੱਖੇ ਤੇ ਆਏ ਤੇ ਜਾ ਨਹੀਂ ਸਕਦੇ, ਰਸਤੇ 'ਚ ਕਿਤੇ ਖਾਣਗੇ ਨਾ। ਇਹ ਆਖਿਆ ਗਿਆ ਕਿ ਰੋਡ ਸਾਈਡ ਢਾਬੇ ਉਹਨਾਂ ਵਾਸਤੇ ਖੁੱਲ੍ਹਣਗੇ, ਪਰ ਉਹਨਾਂ ਢਾਬਿਆਂ ਤੇ ਬਹਿ ਕੇ ਖਾਵੇਗਾ ਕੋਈ ਨਹੀਂ, ਰੋਟੀ ਪੈਕ ਕਰਾ ਕੇ ਲੈਣਗੇ, ਰਸਤੇ 'ਚ ਖਾ ਲਓ, ਢਾਬਿਆਂ ਤੇ ਬਹਿਣ ਨਹੀਂ ਦੇਣੇ, ਉਹ ਬੰਦ ਕਰ ਦਿੱਤੇ ਗਏ। ਹੁਣ ਇਹਦੇ ਨਾਲ ਹੀ ਇਹ ਵੀ ਆਖਿਆ ਕਿ ਨਵਾਂ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਣਾ, ਕਾਲਜਾਂ ਦਾ, ਉਹ ਜਦੋਂ ਸੈਸ਼ਨ ਸ਼ੁਰੂ ਹੋਣਾ ਤੇ ਉਹਦੇ ਵਾਸਤੇ ਕਿਤਾਬਾਂ, ਸਟੇਸ਼ਨਰੀ ਉਹ ਸਾਰੀ ਚਾਹੀਦੀ ਹੈ ਜੀ। ਉਹਦੇ ਵਾਸਤੇ ਵੀ ਆਖਿਆ ਕੋਈ ਨਾ ਕੋਈ ਛੋਟਾਂ ਦੇਣੀਆਂ ਪੈਣਗੀਆਂ। ਇੱਕ ਗੱਲ ਚੱਲਦੀ ਪਈ ਹੈ ਕਿ ਸਟੋਨ ਕ੍ਰਸ਼, ਰੇਤ ਬਜਰੀ ਜੀ ਖੁੱਲ੍ਹ ਦਿੱਤੀ ਜਾਵੇ। ਪਤਾ ਨਹੀਂ ਸਰਕਾਰ ਨੇ ਖੁੱਲ੍ਹ ਦੇਣੀ ਹੈ ਕਿ ਨਹੀਂ ਦੇਣੀ। ਜਿਹੜੇ ਇਹ ਕੰਮ ਕਰਨ ਵਾਲੇ ਆ ਉਹ ਮਈ ਦੇ ਲਾਲ ਕਰਫਿਊ ਵਿੱਚ ਵੀ ਇੱਕ ਦਿਨ ਨਹੀਂ ਰੁਕੇ ਜੀ। ਮੇਰੇ ਕੋਲ ਕਈਆਂ ਥਾਵਾਂ ਦੇ WhatsApp ਦੇ ਉੱਤੇ ਰਿਕਾਰਡਡ ਮੈਸੇਜ ਪਏ ਨੇ, ਲੋਕਾਂ ਨੇ ਆਪ ਰਿਕਾਰਡ ਕਰਕੇ ਵੀਡੀਓ ਵੀ ਭੇਜੀਆਂ ਹੋਈਆਂ ਨੇ, ਉਹ ਭੇਜਦੇ ਨੇ, ਅਸੀਂ ਕਿੰਨੀਆਂ ਕਰਕੇ ਡਿਲੀਟ ਵੀ ਕਰਦੇ ਹਾਂ। ਮੁਦਕੀ ਤੋਂ ਹੀ 2-3 ਵਾਰੀ ਮੈਸੇਜ ਆਏ ਨੇ ਜੀ। ਉਹ ਕਹਿੰਦੇ ਜੀ ਇੱਕ MLA ਦਾ ਮਾਲ ਆ, ਸਾਰੀ ਰਾਤ ਟਰਾਲੇ ਚੱਲਦੇ ਆ। ਤੇ ਇਹ ਵੀ ਦੱਸਿਆ ਜਾਂਦਾ ਕਿ ਇੱਕ ਕਿਸਾਨ ਨੇ ਪਹਿਲਾਂ ਆਪਣੇ ਘਰ ਰੇਤ ਲੈ ਕੇ ਰੱਖੀ ਸੀ ਤੇ ਕਰਫਿਊ ਲੱਗੇ 'ਚ ਘਰ ਪਈ ਰੇਤ ਖੇਤਾਂ ਵਿੱਚ 2 ਕੋਠੇ ਛੱਤਣੇ ਸੀ, ਉਹਦੇ ਵਾਸਤੇ ਲੈ ਕੇ ਚੱਲਿਆ ਜੀ। ਤੇ ਪੁਲਿਸ ਵਾਲਿਆਂ ਫੜ ਲਿਆ। 2 ਦਿਨ ਖਰਾਬ ਕਰਕੇ ਤੀਜੇ ਦਿਨ ਲੈਣ ਦੇਣ ਕਰ ਕੇ ਛੱਡਿਆ, ਪਤਾ ਨਹੀਂ ਕੀ ਕੀਤਾ ਗਿਆ। ਅੱਛਾ, ਪਰ ਟਰਾਲੇ ਉਸ ਸੜਕ ਤੋਂ ਲਗਾਤਾਰ ਸਾਰੀ ਰਾਤ ਜਿਹੜੀ ਉਹ ਮੁਦਕੀ ਤਲਵੰਡੀ ਭਾਈ ਜਿਹੜੇ ਸੜਕ ਤੋਂ ਚੱਲਦੇ ਆ, ਕਹਿੰਦੇ ਜੀ ਕਿਸੇ ਵੱਡੇ ਬੰਦੇ ਦੇ ਆ, ਸ਼ਾਇਦ ਕਿਸੇ MLA ਦੇ ਆ, ਇਹ ਕਿੱਦਾਂ ਚਲੀ ਜਾਂਦੇ ਆ। ਉਹ ਜਿੱਥੇ ਜਿੱਥੇ ਚੱਲਦੇ ਆ ਉਹਨਾਂ ਸਾਰਿਆਂ ਦੇ ਬਾਰੇ ਪਤਾ ਨਹੀਂ ਹੁਣ ਸਰਕਾਰ ਪਾਬੰਦੀ ਚੁੱਕੇ ਨਾ ਚੁੱਕੇ। ਇਹ ਜਿਹੜੇ ਟਰਾਲੇ ਆ ਇਹ ਅਜੇ ਵੀ ਰਾਤ ਦਿਨ ਠੀਕ ਨਹੀਂ ਲੱਗਦੇ ਆ, ਰਾਤ ਨੂੰ ਚੱਲ ਰਹੇ ਆ। ਸਾਡੇ ਕੋਲ ਇੱਕ ਦਿਨ ਬਾਬਾ ਬੁੱਢਾ ਸਾਹਿਬ ਤੋਂ ਤਰਨਤਾਰਨ ਜ਼ਿਲ੍ਹੇ 'ਚੋਂ ਏਅਰਪੋਰਟ ਆਈ, ਉੱਥੋਂ ਇੱਕ ਨੌਜਵਾਨ ਨੇ ਮੁੱਖ ਮੰਤਰੀ ਦਫ਼ਤਰ ਨੂੰ ਸਿੱਧੀ ਮੁੱਖ ਮੰਤਰੀ ਨੂੰ ਟਵੀਟ ਕਰਕੇ ਆਖਿਆ ਜੀ ਕਿ ਮੈਂ ਬੋਲਦਾ ਜੀ ਤੁਸੀਂ ਰਾਹਾਂ ਦੇ ਉੱਤੇ ਨਾਕੇ ਲਾਤੇ, ਪਰ ਜਿੰਨੇ ਵੱਡੇ ਟਰਾਲੇ ਵੀ ਆ, ਛੋਟੇ ਵੀ ਆ, ਰਾਤ ਬਰਾਤੇ ਆਹ ਸਮਾਨ ਲੈ ਕੇ ਇਹਨਾਂ ਪਿੰਡਾਂ ਵਿੱਚੋਂ ਲੰਘਦੇ ਪਏ। ਮੁੱਖ ਮੰਤਰੀ ਦਫ਼ਤਰ ਤੋਂ ਉਹ SSP ਨੂੰ ਮੈਸੇਜ ਆ ਗਿਆ, SSP ਨੇ ਉਸ ਮੁੰਡੇ ਤੱਕ ਪਹੁੰਚ ਕੀਤੀ, ਮੁੰਡੇ ਨੇ ਆਖਿਆ ਜੀ ਆਹ ਕੁਛ ਹੁੰਦਾ ਪਿਆ। ਅੱਛਾ, ਉਦੋਂ ਬਾਅਦ ਵੀ ਉਹ ਟਰਾਲੇ ਅਜੇ ਚੱਲ ਰਹੇ। ਇੱਥੇ ਜਲੰਧਰ ਵਿੱਚੋਂ ਵੀ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਪਈਆਂ। ਇਹ ਜਿੱਥੋਂ ਜਿੱਥੋਂ ਆਉਂਦੀਆਂ ਨੇ ਉਹਨਾਂ ਸਭ ਥਾਵਾਂ 'ਤੇ ਚੈੱਕ ਕਰਨਾ ਚਾਹੀਦਾ। ਜੇ ਇੰਨੀਆਂ ਫੋਰਸਾਂ ਰਾਤ ਬਰਾਤੇ ਵੀ ਲੱਗੀਆਂ ਨੇ, ਕਰਫਿਊ ਚੈੱਕ ਕਰਨ ਵਾਸਤੇ ਲੱਗੀਆਂ, ਤੇ ਅਜੇ ਵੀ ਉਹ ਜਿਹੜਾ ਗੰਦਾ ਧੰਦਾ ਸੀ ਰੇਤ ਬਜਰੀ ਵਾਲਾ, ਉਹ ਅਜੇ ਵੀ ਚੱਲੀ ਜਾਣਾ। ਮੈਂ ਗੰਦਾ ਧੰਦਾ ਇਸ ਕਰਕੇ ਕਹਿੰਦਾ ਕਿ ਇਸ ਗੰਦੇ ਧੰਦੇ ਦਾ ਕਰਕੇ ਸਾਡਾ ਇੱਕ ਪੱਤਰਕਾਰ ਭਰਾ, ਸਾਡੇ ਤੋਂ ਤਾਂ ਬਹੁਤ ਛੋਟਾ ਸੀ, ਬੱਚਿਆਂ ਵਰਗਾ ਸੀ, ਜਸਦੀਪ ਮਲਹੋਤਰਾ, ਇੱਥੇ ਜਲੰਧਰ 'ਚ ਮਾਰਿਆ ਗਿਆ ਸੀ। ਉਹ ਰੇਤ ਬਜਰੀ ਦੇ ਕਾਰੋਬਾਰ ਦੇ ਉੱਤੇ ਮੁੜ ਮੁੜ ਕੇ ਉਹਨੇ ਸਟੋਰੀਜ਼ ਕੀਤੀਆਂ ਸੀ। ਤੇ ਇੱਕ ਦਿਨ ਜ਼ਿਲ੍ਹੇ ਦੇ SSP ਨਾਲ ਉਹਨੇ ਫੋਨ ਤੇ ਗੱਲ ਕੀਤੀ, ਉਹ ਕਹਿੰਦਾ ਮੈਂ ਉੱਥੇ ਚੱਲਿਆ, ਤੁਸੀਂ ਨਾਲ ਆ ਜਾਓ। ਦੋਵੇਂ ਇੱਕੋ ਕਾਰ 'ਚ ਬੈਠ ਗਏ। ਰਸਤੇ 'ਚ ਰੇਤ ਬਜਰੀ ਦੇ ਟਰੱਕ ਵਾਲਿਆਂ ਨੇ ਜਾਣਬੁੱਝ ਕੇ ਸਾਈਡ ਮਾਰ ਕੇ ਤੇ ਗੱਡੀ ਜਿਹੜੀ ਉਲਟਾਤੀ। SSP ਅੱਜ ਕੱਲ੍ਹ DIG ਬਣ ਗਿਆ, ਅਜੇ ਤੱਕ ਉਹ ਤੁਰ ਨਹੀਂ ਸਕਦਾ ਚੱਜ ਨਾਲ, ਕਿਉਂਕਿ ਉਹਨੂੰ 2-3 ਮਹੀਨੇ
ਜਿਹੜੇ ਹਾਲਾਤ ਵਿੱਚ ਉਹਨੇ ਕੱਟੇ, ਅਗਲੇ ਪਾਸੇ ਹੋ ਕੇ ਮੁੜਿਆ। ਜੀ। ਤੇ ਉਹ ਜਿਹੜਾ ਮੁੰਡਾ ਪੱਤਰਕਾਰ ਸੀ ਨਾਲ, ਉਹ ਮੌਕੇ ਤੇ ਮਰ ਗਿਆ ਸੀ। ਉਹ ਰੇਤ ਬਜਰੀ ਵਾਲਿਆਂ ਦੇ ਉਸ ਧੰਦੇ ਦਾ ਕਰਕੇ ਸਾਡਾ, ਕਿਉਂਕਿ ਉਹ ਇੱਕ ਬੱਚਿਆਂ ਵਰਗਾ ਸੀਗਾ ਉਹ ਪੱਤਰਕਾਰ, ਉਹ ਮਰ ਗਿਆ ਸੀ। ਮੈਂ ਉਹਨੂੰ ਗੰਦਾ ਧੰਦਾ ਇਸ ਕਰਕੇ ਕਹਿੰਦਾ। ਉਹ ਗੰਦਾ ਧੰਦਾ ਉਦੋਂ ਵੀ ਚੱਲਦਾ ਸੀ, ਅੱਜ ਕਰਫਿਊ 'ਚ ਵੀ ਚੱਲੀ ਜਾ ਰਿਹਾ। ਤੇ ਫਿਰ ਸਰਕਾਰ ਕਿੱਥੇ ਹੈ? ਸਰਕਾਰ ਨੂੰ ਕਰਨਾ ਚਾਹੀਦਾ ਨਾ, ਇਹਨਾਂ ਲੋਕਾਂ ਦੇ ਉੱਤੇ ਸਖਤੀ ਕਰ ਦੇਣੀ ਚਾਹੀਦੀ ਹੈ, ਤਾਂ ਕਿ ਇਸ ਕਾਰੋਬਾਰ ਨੂੰ ਇਸ ਵੇਲੇ ਨੱਥ ਪਾਈ ਜਾ ਸਕੇ। ਕੁਝ ਲੋਕੀ ਕਰਫਿਊ ਵਿੱਚ ਵੀ ਕਰੀ ਜਾ ਰਹੇ। ਪਰ ਸਰਕਾਰ ਵੀ ਤੇ ਉਹਨਾਂ ਦੀ ਬਣ ਸਾਹਿਬ, ਫਿਰ ਇਹ ਕਿੱਦਾਂ ਡੱਕਿਆ ਜਾਊਗਾ? ਜੇ ਪਿਛਲੀ ਵੇਲੇ ਦੀ ਗੱਲ ਸੀ ਤਾਂ ਉਦੋਂ ਵੀ ਸਰਕਾਰ ਸੀ ਤੇ ਹੁਣ ਵੀ ਤੇ ਸਰਕਾਰ ਹੀ ਇਹ ਹੈ। ਜ਼ਰੂਰੀ ਨਹੀਂ ਕਿ ਸਰਕਾਰ ਸਾਰਾ ਕਿੱਦਾਂ ਕੁਝ, ਇਹ ਰੋਕੂ ਜੀ? ਜ਼ਰੂਰੀ ਨਹੀਂ ਕਿ ਸਾਰਾ ਕੁਝ ਸਰਕਾਰ ਦੇ ਪੱਧਰ ਤੇ ਹੋਵੇ। ਜੀ। ਹੇਠਾਂ ਕਈ ਕੁਛ ਇੱਕ ਇਹ ਗਲਤ ਰਿਵਾਜ ਪੈ ਚੁੱਕਾ ਸਾਡੇ ਪਿਛਲੇ 40-50 ਸਾਲਾਂ ਤੋਂ, ਕਿ MLA ਆਪਣੇ ਹਲਕੇ 'ਚ DSP ਤੇ SHO ਆਪਣੀ ਮਰਜ਼ੀ ਦੇ ਲਵਾਉਂਦੇ ਆ ਤੇ ਮਰਜ਼ੀ ਦਾ ਕੰਮ ਕਰਾਉਂਦੇ ਆ। ਜਿਹੜੇ MP ਨੇ ਉਹ ਵੀ ਇਹ 'ਚ ਆਪਣੀ ਮਰਜ਼ੀ ਦਾ ਕਰਾਉਣਾ ਚਾਹੁੰਦੇ ਆ। ਮੰਤਰੀ ਆਪਣੇ ਜ਼ਿਲ੍ਹੇ 'ਚ SSP ਤੇ DC ਕਹਿੰਦੇ ਆ ਜੀ ਮੇਰੀ ਮਰਜ਼ੀ ਦਾ ਲਓ, ਇਹ ਵੀ ਚੱਲਦਾ ਪਿਆ। ਉਹ ਫਿਰ ਉਹਨਾਂ ਦੇ ਹੁੰਦਿਆਂ, ਜਦੋਂ ਪਤਾ ਹੁੰਦਾ ਕਿ ਉਹਨਾਂ ਨੇ ਪੋਸਟ ਦਵਾਈ ਹੈ, ਬਹੁਤਾ ਕਰਕੇ ਉਹ ਜਦੋਂ ਕੋਈ ਇਹ ਗੰਦਾ ਧੰਦਾ ਕਰਦੇ ਆ ਤੇ ਰੋਕਦੇ ਬਿਲਕੁਲ ਨਹੀਂ। ਇਹ ਕੰਮ ਬਹੁਤ ਚਿਰਾਂ ਤੋਂ ਚੱਲਦਾ ਪਿਆ, ਇਹ ਰੋਕਣਾ ਚਾਹੀਦਾ। ਸਾਡਾ ਇੱਕ ਪੰਜਾਬ ਦਾ MLA ਕੈਨੇਡਾ 'ਚ ਗਿਆ ਸੀ, ਇੱਕ ਰੇਡੀਓ ਸਟੇਸ਼ਨ ਤੇ ਪੁੱਛਿਆ ਗਿਆ ਸੀ ਉਹਨੂੰ, ਤੇ ਉੱਥੇ ਜੀ ਕੰਮ ਕਿੱਦਾਂ ਚੱਲਦਾ ਕਾਨੂੰਨ ਮੁਤਾਬਕ? ਇਹ ਗੱਲ 3-4 ਸਾਲ ਪਹਿਲਾਂ ਦੀ ਹੈ। ਕਹਿੰਦੇ ਬਿਲਕੁਲ ਕਾਨੂੰਨ ਮੁਤਾਬਕ ਚੱਲਦਾ। ਤੇ ਤੁਹਾਡੀ ਫਿਰ ਕੀ ਭੂਮਿਕਾ ਹੁੰਦੀ ਹੈ? ਕਹਿੰਦਾ ਜੀ ਅਸੀਂ ਫਿਰ ਜਿਹੜੇ ਲੋਕ ਆਉਂਦੇ ਉਹਨਾਂ ਦੇ ਕੰਮ ਕਰਵਾ ਦਿੰਦੇ ਹਾਂ। ਇਹ ਮਿਸਾਲ ਦੇ ਤੌਰ 'ਤੇ ਕਿੱਦਾਂ ਦੇ? ਕਹਿੰਦਾ ਜੀ ਉਹ ਆ ਕੇ ਕਹਿੰਦੇ ਕਿ ਸਾਡੇ ਪਾਸਪੋਰਟ ਦੀ ਵੈਰੀਫਿਕੇਸ਼ਨ ਹੈ, ਥਾਣੇ ਵਾਲੇ ਕਰਦੇ ਨਹੀਂ। ਮੈਂ ਥਾਣੇ ਵਾਲਿਆਂ ਨੂੰ ਫੋਨ ਕਰਕੇ ਕਹਿ ਦਿੰਦਾ ਕਿ ਆਪਣਾ ਬੰਦਾ ਤੇ ਕਰ ਦਿਓ। ਉਹ ਕਹਿੰਦੇ, ਉਹ ਫਿਰ ਕਰ ਦਿੰਦੇ, ਬਿਲਕੁਲ ਕਰ ਦਿੰਦੇ, ਜਦੋਂ ਮੈਂ ਆਖਿਆ ਉਸ ਵੇਲੇ ਕਰ ਦਿੰਦੇ। ਤੇ ਕਹਿੰਦਾ ਤੁਸੀਂ ਤਾਂ ਕਹਿੰਦੇ ਕਾਨੂੰਨ ਮੁਤਾਬਕ ਕਰਦੇ ਆ। ਜੇ ਉਹ ਕਾਨੂੰਨ ਮੁਤਾਬਕ ਕਰਦੇ ਆ ਤੇ ਉਹਨਾਂ ਨੇ ਆਪਣੇ ਆਪ ਕਿਉਂ ਨਾ ਕੀਤੀ? ਤੇ ਜੇ ਤੁਹਾਡੇ ਕਹੇ ਤੇ ਵੀ ਆਪਣਾ ਬੰਦਾ ਤੇ ਕਰ ਦਿਓ, ਇਹਦਾ ਮਤਲਬ ਬੇਗਾਨੇ ਬੰਦੇ ਤੁਸੀਂ ਨਾ ਕਰਨ ਦਿਓਗੇ, ਇਹ ਫਿਰ ਤੁਸੀਂ ਰੋਕ ਲੈਂਦੇ ਆ। ਉਹ ਮੁੜ ਕੇ ਉਸ MLA ਦੇ ਮੂੰਹ ਤੋਂ ਸਰਦੀਆਂ ਦੇ ਦਿਨਾਂ 'ਚ ਵੀ ਪਸੀਨਾ ਨਹੀਂ ਪੁੰਝਿਆ ਜਾ ਰਿਹਾ, ਇੰਨੀਆਂ ਉਹਨੂੰ ਤ੍ਰੇੜੀਆਂ ਆ ਰਹੀਆਂ ਸੀ। ਇਹ ਕੰਮ ਅੱਜ ਵੀ ਹੋ ਰਿਹਾ, ਪਿਛਲੀ ਸਰਕਾਰ ਵੇਲੇ ਵੀ ਹੁੰਦਾ ਸੀ। ਇਹ ਜਿਹੜਾ ਸਿਆਸੀ ਦਖਲ ਹੈ, ਇਹ ਇਸ ਮੌਕੇ ਰੋਕਿਆ ਜਾਵੇ। ਕਰਫਿਊ ਰੋਕਿਆ ਜਾ ਸਕਦਾ, ਮੁੜ ਕੇ ਕਦੇ ਰੋਕਿਆ ਨਹੀਂ ਜਾਣਾ। ਇਸ ਵੇਲੇ ਰੋਕਣਾ ਚਾਹੀਦਾ। ਇਹ ਨਾ ਮਨਸੋ, ਮੈਂ ਤਾਂ ਤੁਹਾਨੂੰ ਇਹ ਸਵਾਲ ਦੁਹਰਾ ਕੇ ਪੁੱਛਿਆ ਸੀ ਵੀ ਜਿਹੜੇ ਵੱਡੇ ਲੋਕ ਨੇ ਉਹਨਾਂ ਨੂੰ ਆਪਣੇ ਕੰਮਾਂ ਦਾ, ਕਾਰੋਬਾਰਾਂ ਦਾ ਫਿਕਰ ਤੇ ਹੁੰਦਾ ਹੀ ਹੈ। ਹੁਣ ਟਰੰਪ ਹੈ ਜੀ, ਟਰੰਪ ਨੇ ਗਾਂ ਇਲੈਕਸ਼ਨ ਲੜਨੀ, ਉਹਨੇ ਇਲੈਕਸ਼ਨ ਰੈਲੀਆਂ ਦੀ ਵੀ ਗੱਲ ਕਰਤੀ ਵੀ ਮੈਂ 'ਚ ਕਰੂੰਗਾ। ਦੱਸੋ। ਦੇਖੋ, ਉਸ ਬਾਬੇ ਦਾ ਤਾਂ ਬਾਬਾ ਆਦਮ ਨਿਰਾਲਾ। ਉਹਨੇ 10 ਦਿਨ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਕਰੋਨਾ ਹੋਵੇ ਕੁਛ ਹੋਵੇ ਜੀ, ਰਾਸ਼ਟਰਪਤੀ ਚੋਣ ਤਾਂ ਅਸੀਂ ਅੱਗੇ ਪਾਉਣੀ ਨਹੀਂ, ਉਹ ਤਾਂ ਉਦਾਂ ਹੀ ਹੋਵੇਗੀ ਜੀ। ਤੈਨੂੰ ਕਿਸੇ ਪੁੱਛਿਆ ਸੀ ਇਹ ਮੌਕਾ ਕੋਈ? ਇਸ ਮੌਕੇ ਤੂੰ ਕਹਿ ਵੀ ਸਾਡਾ ਸਾਰਾ ਧਿਆਨ ਇਸ ਗੱਲ 'ਤੇ ਲੱਗਾ ਪਿਆ ਕਿ ਇੰਨੇ ਲੋਕ ਮਰ ਗਏ ਨੇ। ਜਿੱਦਣ ਉਹਨੇ ਇਹ ਬਿਆਨ ਦਿੱਤਾ ਉਸ ਦਿਨ 20,000 ਨੂੰ ਕ੍ਰਾਸ ਕਰ ਚੁੱਕੇ ਸੀ ਜੀ। ਵੀ ਤੂੰ ਕਹਿ 20,000 ਲੋਕ ਮਰ ਗਏ ਆ, ਅੱਜ ਜੰਗ ਨਾਲੋਂ ਵੱਧ ਮੌਤਾਂ ਹੁੰਦੀਆਂ ਪਈਆਂ ਨੇ। ਇੰਨੇ ਬੰਦੇ ਤੇ ਇਰਾਕ ਦੀ ਜਾਂ ਅਫਗਾਨਿਸਤਾਨ ਦੀ ਜੰਗ 'ਚ ਨਹੀਂ ਮਰੇ ਜਿੰਨੇ ਅਸੀਂ ਮਰਵਾ ਲਏ ਆ। ਸਾਡਾ ਧਿਆਨ ਇਸ ਪਾਸੇ। ਕਹਿੰਦਾ ਨਹੀਂ, ਰਾਸ਼ਟਰਪਤੀ ਚੋਣ ਟਾਈਮ 'ਤੇ ਹੋ ਗਈ, ਚਿੰਤਾ ਨਾ ਕਰੋ ਜੀ। ਔਰ ਹੱਸ ਕੇ ਆਖਿਆ ਸੀ। ਹੁਣ ਕੱਲ੍ਹ ਉਹਨੇ ਬਿਆਨ, ਅੱਜ ਰਾਤੀ ਉਹਨੇ ਬਿਆਨ ਦਿੱਤਾ ਜਦੋਂ ਸਾਡੇ ਭਾਰਤ ਵਿੱਚ ਰਾਤ ਉਹਨਾਂ ਦਿਨ ਸੀ। ਕਹਿੰਦਾ ਅਗਲੇ ਮਹੀਨੇ ਤੋਂ ਅਸੀਂ ਇਲੈਕਸ਼ਨ ਰੈਲੀਆਂ ਸ਼ੁਰੂ ਕਰਾਂਗੇ। ਤੇ ਇਲੈਕਸ਼ਨ ਰੈਲੀਆਂ ਕਿੱਥੇ ਕਰਨੀਆਂ? ਪਹਿਲੀ ਰੈਲੀ ਜਿਹੜੀ ਉਹਨੇ ਆਖੀ ਉਹ 23 ਮਈ ਨੂੰ ਆ, ਤੇ ਜਾ ਕੇ ਕਰਨੀ ਆ ਉੱਥੇ ਨਿਊਯਾਰਕ ਦੇ ਵਿੱਚ। ਉਸ ਨਿਊਯਾਰਕ ਦੇ ਵਿੱਚ ਜਿਹਦੇ ਬਾਰੇ ਅਸੀਂ ਹੁਣੇ ਕਹਿੰਦੇ ਹਟੇ ਹਾਂ ਕਿ ਅਮਰੀਕਾ ਦੇ ਵਿੱਚ 40,000 ਦੇ ਨੇੜੇ, 39,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ, 40,000 ਦੇ ਨੇੜੇ ਆ ਜੀ। ਇਕੱਲੇ ਨਿਊਯਾਰਕ ਸਟੇਟ ਦੇ ਵਿੱਚ 17,671 ਹੈ। ਤੇ ਨਿਊਯਾਰਕ ਸ਼ਹਿਰ ਦੇ ਵਿੱਚ ਹੀ ਜਦੋਂ 8,893, ਯਾਨੀ 107 ਹੀ ਘੱਟ ਨੇ, 9,000 ਮੌਤਾਂ ਹੋ ਗਈਆਂ। ਗਲੀ ਗਲੀ 70 ਵਿਸ਼ੇ ਆ, ਲੋਕੀ ਮਰਦਿਆਂ ਨੂੰ ਰੋਣ ਡਿਆ। ਇਹ ਆਪਣਾ ਤਵਾ ਜਾ ਕੇ ਵੋਟਾਂ ਤਲਣ ਵਾਸਤੇ ਲਾਊਗਾ ਵੀ ਮੈਂ ਵੋਟਾਂ ਪਾਉਣ ਲੱਗਾ। ਇਹ ਪਤਾ ਨਹੀਂ ਕਿੰਨੀ ਕੁ ਅਕਲ ਵਾਲੀ ਗੱਲ ਜਿਹੜੀ ਇਹ ਕਰਨ ਲੱਗਾ। ਔਰ ਹੁਣ ਤੋਂ ਹੀ ਪਲਾਨ ਕਰਤਾ ਕਿ 1 ਮਹੀਨਾ 3 ਦਿਨ ਹੋ ਰਿਹਾ, ਨਿਊਯਾਰਕ ਵਾਲਿਓ ਤਿਆਰ ਰਹੋ, ਮੈਂ ਆ ਰਿਹਾ ਤੁਹਾਡੇ ਕੋਲ ਵੋਟਾਂ ਮੰਗਣ ਵਾਸਤੇ। ਕੋਈ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰਨਾ ਚਾਹੀਦਾ। ਪਤਾ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਿਉਂ ਕਰ ਰਿਹਾ। ਆਹ ਮੌਕਾ ਨਹੀਂ ਗਾ ਜਿਹੜਾ ਉਹਨੇ ਆਖਿਆ। ਸਾਡੇ ਭਾਰਤ ਵਿੱਚ ਇੱਦਾਂ ਦੀ ਗੱਲ ਕੋਈ ਨਹੀਂ ਹੋ ਰਹੀ ਜੀ। ਭਾਰਤ 'ਚ ਸਿਆਸਤ ਤਾਂ ਹੋ ਹੀ ਰਹੀ ਹੈ ਨਾ ਜੀ। ਪੰਜਾਬ 'ਚ ਵੀ ਕੱਲ੍ਹ ਜਿਹੜਾ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਆਪਸ 'ਚ ਬਿਆਨਬਾਜ਼ੀ ਵਾਲਾ ਰੌਲਾ ਰੱਪਾ ਪਿਆ ਜੀ, ਪੈਸਿਆਂ ਨੂੰ ਲੈ ਕੇ ਵੀ ਕੇਂਦਰ ਤੋਂ ਇੰਨੇ ਪੈਸੇ ਆਏ ਜੀ, ਇਹ ਲਾਉਂਦੇ ਨਹੀਂ, ਉਹ ਕਹਿੰਦੇ ਨਹੀਂ ਆਏ ਜੀ, ਬਿਨਾਂ ਸੋਚੇ ਸਮਝੇ ਇਲਜ਼ਾਮ ਲਾਏ ਜਾ ਰਹੇ ਆ। ਉਹ ਫਿਰ ਕੀ ਹੈ ਜੀ? ਬੀਬੀ ਬਾਦਲ ਇੱਕ ਨਾ ਵੇਲਾ ਕੁ ਵੇਖੇ ਬਗੈਰ ਬੋਲਣ ਦੀ ਆਦੀ ਆ। ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦਾ ਝੂਠ ਬਹੁਤ ਬੋਲਦੀ ਹੈ। ਮੈਂ ਉਹਦੀ ਗੱਲ ਨਾਲ ਤੇ ਅੰਡੋਰਸ ਨਹੀਂ ਕਰਦਾ। ਉਹ ਜਾਣ ਦੋਵੇਂ ਸਿਆਸੀ ਸ਼ਰੀਕ ਨੇ, ਆਪੋ ਜੋ ਮਰਜ਼ੀ ਕਰਦੇ ਰਹਿਣ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਅੱਜ ਦੀ ਤਰੀਕ 'ਚ ਸਾਰੇ ਦੇਸ਼ ਦੇ ਵਿੱਚ ਹਰ ਪਾਰਟੀ ਪ੍ਰਧਾਨ ਮੰਤਰੀ ਦੀ ਸਪੋਰਟ ਕਰ ਰਹੀ ਹੈ ਕਿ ਤੁਸੀਂ ਕਰੋ ਜੀ, ਅਸੀਂ ਨਾਲ।
ਪੰਜਾਬ ਦੀ ਹਰ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਕਰ ਰਹੀ ਹੈ ਜੀ, ਅਸੀਂ ਤੁਹਾਡੇ ਨਾਲ। ਇਹ ਬੀਬੀ ਰੋਜ਼ ਹੀ ਵੱਖਰੇ ਬਿਆਨ ਦੇ ਰਹੀ ਆ, ਇਹਦੇ ਬਿਆਨਾਂ ਦੇ ਵਿੱਚ ਰਿਲੀਫ ਦੀ ਗੱਲ ਨਹੀਂ ਹੁੰਦੀ, ਰਾਜਨੀਤੀ ਦੀ ਹੁੰਦੀ ਰੋਜ਼। ਇਹਨੇ ਜਿਹੜਾ ਕੱਲ੍ਹ ਬਿਆਨ ਦਿੱਤਾ ਬੜਾ ਲੰਮਾ ਚੌੜਾ ਚਿੱਠਾ ਪੂਰਾ, ਮੈਂ ਤੁਹਾਨੂੰ ਦੱਸ ਦਿਆਂ। ਕਹਿੰਦੀ ਜੀ ਕੇਂਦਰ ਸਰਕਾਰ ਨੇ 3485 ਕਰੋੜ ਰੁਪਏ ਭੇਜੇ ਆ ਪੰਜਾਬ ਸਰਕਾਰ ਨੂੰ, ਉਹਦੇ ਚੋਂ 2266 ਰੁਪਏ 2366 ਰੁਪਏ ਤੇ ਹੈਗੇ GST ਦੇ ਜੀ, 638 ਕਰੋੜ ਆ ਗ੍ਰਾਂਟ, ਇਹ ਸਾਰਾ ਉਹਦਾ ਬਿਆਨ ਮੈਂ ਪੜ੍ਹਿਆ। 247 ਕਰੋੜ ਆ ਜਿਹੜਾ ਕੁਦਰਤੀ ਆਫਤਾਂ ਦੇ ਪ੍ਰਬੰਧ ਵਾਸਤੇ, 72 ਕਰੋੜ ਆ ਮਨਰੇਗਾ ਦਾ, 41 ਕਰੋੜ ਆ ਨੈਸ਼ਨਲ ਰੂਰਲ ਹੈਲਥ ਮਿਸ਼ਨ ਦਾ, 72 ਕਰੋੜ ਆ ਪ੍ਰਧਾਨ ਮੰਤਰੀ ਸਿਹਤ ਸੰਭਾਲ ਯੋਜਨਾ ਦਾ, 10 ਕਰੋੜ ਆ 10 ਕਰੋੜ ਗੋਲੀਆਂ ਭੇਜੀਆਂ ਨੇ ਹਾਈਡਰੋਕਸੀ ਕਲੋਰੋਕੁਈਨ ਦੀਆਂ, ਤੇ 10,000 ਟਨ ਖੁਰਾਕ ਕਹਿੰਦੇ ਇੱਥੇ ਆਈ ਆ, ਉਹ ਦਾਲਾਂ ਆਈਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਜੀ ਪਹਿਲੀ ਗੱਲ, ਬੀਬੀ ਇੰਨਾ ਠੀਕ ਕਹਿੰਦੀ ਆ ਕਿ 2366 ਕਰੋੜ ਰੁਪਏ GST ਦੇ ਮਿਲੇ ਆ ਜੀ, ਤੇ ਸਾਨੂੰ ਮਿਲੇ, ਇਹਨਾਂ ਨੇ ਕੀ ਦਿੱਤਾ? ਉਹਨੇ ਕਿਹਾ ਅਗਲੀ ਗੱਲ, ਸਾਡਾ 4400 ਕਰੋੜ ਰੁਪਇਆ GST ਦਾ ਅਜੇ ਕੇਂਦਰ 'ਚ ਫਸਿਆ, ਬੀਬੀ ਇੱਥੇ ਰੌਲਾ ਪਾਉਣ ਦੀ ਤਾਂ ਉੱਥੋਂ ਸਾਡੇ ਪੈਸੇ ਕਢਾ ਦੇ। ਇਹਦੇ ਉੱਤੇ ਬੀਬੀ ਬਾਅਦ 'ਚ ਨਹੀਂ ਬੋਲੀ। ਦੂਜਾ ਉਹਨੇ ਆਖਿਆ ਜਿਹੜਾ ਕਹਿੰਦੀ ਆ ਗ੍ਰਾਂਟ ਦਿੱਤੀ 600 ਕਰੋੜ 38 ਕਰੋੜ ਰੁਪਇਆ ਸਾਡੇ ਕੋਲ ਨਹੀਂ ਆਈ, 247 ਕਰੋੜ ਕੁਦਰਤੀ ਆਫਤ ਪ੍ਰਬੰਧ ਦਾ ਸਾਡੇ ਕੋਲ ਨਹੀਂ ਆਇਆ, 72 ਕਰੋੜ ਮਨਰੇਗਾ ਦਾ ਨਹੀਂ ਆਇਆ, ਉਹ ਕਹਿੰਦਾ ਸਾਰੇ ਆਏ ਹੀ ਨਹੀਂ। ਇਹਨੇ ਆਖਿਆ 10,000 ਟਨ ਉੱਥੋਂ ਦਾਲਾਂ ਆ ਗਈਆਂ, ਉਹ ਕਹਿੰਦਾ ਜੀ 42 ਟਨ ਦਾਲ ਆਈ ਆ, ਸਿਰਫ 42 ਟਨ ਜੀ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਹ ਬਿਆਨ ਦਿੱਤਾ, ਨਾਲ ਉਹਨੇ ਇਹ ਵੀ ਕਹਿਤਾ ਬੀਬੀ ਝੂਠ ਬੜਾ ਬੋਲਦੀ ਹੈ, ਇਹ ਵੀ ਕਹਿਤਾ ਕਿ ਕੇਂਦਰ 'ਚ ਤੁਹਾਡੀ ਸਰਕਾਰ ਹੈ, ਸਾਡੇ ਪੈਸੇ ਸਗੋਂ ਦਵਾ ਦਿਓ। ਫਿਰ ਬੀਬੀ ਨੂੰ ਦੱਸਣਾ ਚਾਹੀਦਾ ਕਿ ਮੈਂ ਜਿਹੜਾ ਪਹਿਲਾ ਬਿਆਨ ਦਿੱਤਾ ਸੀ ਕਿਉਂ ਦਿੱਤਾ ਸੀ। ਆਹ ਮੌਕਾ ਕੋਈ ਇਹੋ ਜਿਹੀ ਬਿਆਨਬਾਜ਼ੀ ਦਾ ਹੈਗਾ? ਆਹ ਮੌਕੇ ਉਦੋਂ ਹੁੰਦੇ ਆ ਜਦੋਂ ਇਹੋ ਜਿਹੇ ਮੌਕੇ ਤੇ ਇੱਕ ਦੂਸਰੇ ਦੀ ਮਦਦ ਕਰੀ ਆ। ਆਹ ਮਿਹਣੇ ਭਿੜਨ ਦਾ ਕੰਮ, ਇਲਜ਼ਾਮਬਾਜ਼ੀ ਦਾ ਕੰਮ, ਇਹ ਉਦੋਂ ਹੁੰਦਾ ਜਦੋਂ ਹਾਲਾਤ ਸੁਖਾਲੇ ਹੋਣ ਜੀ, ਚੋਣਾਂ ਨੇੜੇ ਆਈਆਂ ਹੋਣ, ਬੀਬੀ ਜੋ ਮਰਜ਼ੀ ਬਿਆਨਬਾਜ਼ੀ ਕਰਦੇ। ਪਰ ਜਦੋਂ ਚੋਣਾਂ ਨੇੜੇ ਨਹੀਂ ਆਈਆਂ, ਇਸ ਵੇਲੇ ਮੌਕਾ ਇਹੋ ਜਿਹਾ ਕਿ ਸਾਰੇ ਲੋਕ ਤਰਾਹ ਕਰਦੇ ਪਏ ਆ ਕਿ ਕਿਸੇ ਤਰੀਕੇ ਕੁਛ ਹੋ ਜਾਏ ਜੀ। ਆ ਮੰਡੀਆਂ ਦੇ ਵਿੱਚੋਂ ਇੱਕਾ ਦੁੱਕਾ ਕਿਸੇ ਥਾਂ ਤੋਂ ਕਿਸੇ ਕਿਸਾਨ ਸਭਾ ਨੇ ਕੋਈ ਇਤਰਾਜ਼ ਕਰਤਾ ਹੋਵੇਗਾ, ਕਿਸੇ ਥਾਂ ਤੇ ਕਿਸੇ ਕਿਸਾਨ ਯੂਨੀਅਨ ਨੇ ਕਰਤਾ ਹੋਵੇਗਾ, ਕਿਸੇ ਥਾਂ ਤੇ ਮਜ਼ਦੂਰਾਂ ਦੀ ਜਥੇਬੰਦੀ ਨੇ ਵੀ ਇੱਕਾ ਦੁੱਕਾ ਕਰਤਾ ਹੋਵੇਗਾ, ਬਹੁਤੇ ਨਹੀਂ। ਔਰ ਆਮ ਤੌਰ ਤੇ ਕਿਸਾਨਾਂ ਨੇ ਵੀ ਨਵੇਂ ਪ੍ਰਬੰਧ ਨੂੰ ਇਹ ਸਮਝ ਕੇ ਕਿ ਸਾਡੇ ਭਲੇ ਲਈ ਆ ਮੰਨਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਸਾਰੇ ਇਸ ਮੌਕੇ ਦੇ ਉੱਤੇ ਆਪਣੀਆਂ ਐਜੀਟੇਸ਼ਨਾਂ ਵਿੱਚ ਸਭ ਕੁਝ ਰੋਕ ਕੇ ਇੱਕ ਗੱਲ ਤੇ ਖੜੇ ਆ ਕਿ ਜਾਨਾਂ ਕਿੱਦਾਂ ਬਚਾਉਣੀਆਂ, ਮਨੁੱਖਤਾ ਕਿੱਦਾਂ ਬਚਾਉਣੀ ਹੈ, ਇਸ ਮੌਕੇ ਤੇ ਬੀਬੀ ਨੂੰ ਆ ਨਵਾਂ ਫੈਰ ਨਹੀਂ ਸੀ ਖੋਲ੍ਹਣਾ ਚਾਹੀਦਾ। ਐਵੇਂ ਬੇਲੋੜੀ ਚਾਂਦਬਾਰੀ ਕਰਕੇ ਕੀਤੀ ਅਤੇ ਅੱਗੋਂ ਵੀ ਸੁਣ ਲਈਆਂ, ਉਹਦਾ ਕੀ ਫਾਇਦਾ ਹੋਇਆ? ਇਹ ਮੌਕਾ ਇਹੋ ਜਿਹਾ ਨਹੀਂ, ਜਦੋਂ ਮੌਕਾ ਆਵੇਗਾ ਤੇ ਬੀਬੀ ਨੂੰ ਬੜੇ ਖੁੱਲ੍ਹੇ ਮੌਕੇ ਹੋਣੇ, ਬੋਲ ਲਵੇ ਜੋ ਮਰਜ਼ੀ। ਇਹੋ ਜਿਹੇ ਮੌਕੇ ਤੇ ਇਦਾਂ ਦੀਆਂ ਗੱਲਾਂ ਨਹੀਂ ਸੀ ਛੇੜਨੀਆਂ ਚਾਹੀਦੀਆਂ ਜੀ। ਪਰ ਇੱਕ ਗੱਲ ਥੋੜ੍ਹੀ ਜਿਹੀ ਸਮਝਾਇਓ ਪਨ ਸਾਹਿਬ ਕਿ ਇੱਦਾਂ ਕਿਉਂ ਹੋ ਸਕਦਾ ਕਿ ਵੀ ਅੰਕੜਿਆਂ ਦਾ ਇੰਨਾ ਵੱਡਾ ਫਰਕ ਹੋਵੇ ਕਿ ਵੀ ਇੱਕ ਪਾਸੇ ਕਈ 100 ਕਰੋੜ ਦੀ ਗੱਲ ਹੋਵੇ, ਦੂਜੇ ਪਾਸੇ ਆਖਿਆ ਹੋਵੇ ਕਿ ਪਹੁੰਚੇ ਨਹੀਂ ਸਾਡੇ ਤੱਕ? ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਤੁਹਾਨੂੰ ਪਤਾ ਨਹੀਂ? ਇੱਕ ਤਾਂ ਅਕਾਲੀ ਪਾਰਟੀ ਦਾ ਅੰਕੜਿਆਂ ਦੇ ਮਾਮਲੇ 'ਚ ਪਹਿਲਾਂ ਤੋਂ ਵੀ ਇੱਦਾਂ ਦਾ ਹਿਸਾਬ ਆ ਵੀ ਇੱਕ ਵਾਰੀ ਉਹ 31,000 ਕਰੋੜ ਆਇਆ ਸੀ ਕੇਂਦਰ ਸਰਕਾਰ ਤੋਂ ਅਕਾਲੀ ਸਰਕਾਰ ਵੇਲੇ ਜੀ, ਪੰਜਾਬ ਵਿੱਚ ਆਏ ਦੀ ਪਹੁੰਚ ਹੈਗੀ ਆ, ਮੁੜ ਕੇ ਗਿਆ ਕਿੱਥੇ ਅੱਜ ਤੱਕ ਲੱਭਦਾ ਹੀ ਨਹੀਂ। ਉਹ ਕੈਸ਼ ਕ੍ਰੈਡਿਟ ਲਿਮਿਟ ਮਨਜ਼ੂਰ ਕਰਾਈ ਸੀ, ਫਿਰ ਉਹਨੂੰ ਕਰਜ਼ੇ 'ਚ ਕਨਵਰਟ ਕਰਤਾ, ਪਰ ਕਰਜ਼ਾ ਲੱਗਾ ਕਿੱਥੇ ਅੱਜ ਤੱਕ ਪਤਾ ਨਹੀਂ ਲੱਗ ਰਿਹਾ, ਕੇਂਦਰ ਵਾਲੇ ਮੰਗਦੇ ਜੀ। ਇੱਕ ਵਾਰੀ ਬਾਦਲ ਸਾਹਿਬ ਨੇ ਜਦੋਂ ਮੋਦੀ ਸਰਕਾਰ ਨਵੀਂ ਬਣੀ ਹੈ, ਇਹਨਾਂ ਚਿੱਠੀ ਲਿਖੀ ਸਾਨੂੰ ਪੈਸੇ ਭੇਜੋ, ਕਿਉਂਕਿ ਤੁਸੀਂ ਤਾਂ ਕਹਿੰਦੇ ਅਸੀਂ ਟਰੰਕ ਭਰ ਕੇ ਭੇਜਾਂਗੇ। ਅਕਾਲੀਆਂ ਨੇ ਆਖਿਆ ਇਹ ਟਰੰਕ ਨਹੀਂ ਟਰੱਕ ਆਉਣਗੇ, ਅਤੇ ਅੱਗੋਂ ਜਵਾਬ ਆਇਆ ਸੀ ਕਿ ਤੁਸੀਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਲੋੜ ਤੋਂ ਵੱਧ ਪੈਸੇ ਲੈ ਬੈਠੇ ਦਾ ਜਵਾਬ ਦਿਓ। ਅਤੇ ਪੱਤਰਕਾਰਾਂ ਨੇ ਪੁੱਛਿਆ, ਬਾਦਲ ਸਾਹਿਬ ਕਹਿੰਦੇ ਸਾਡੇ ਕੋਲ ਚਿੱਠੀ ਆਈ ਨਹੀਂ। ਦੂਜੇ ਦਿਨ ਪੱਤਰਕਾਰਾਂ ਨੇ ਪੁੱਛਿਆ, ਉਹ ਕਹਿੰਦੇ ਅਸੀਂ ਚਿੱਠੀ ਪੜ੍ਹੀ ਨਹੀਂ। ਤੀਜੇ ਦਿਨ ਪੁੱਛਿਆ, ਬਾਦਲ ਸਾਹਿਬ ਕਹਿੰਦੇ ਮੈਂ ਤਾਂ ਅਜੇ ਕਾਕਾ ਉਹ ਚਿੱਠੀ ਪੜ੍ਹੀ ਨਹੀਂ। ਇੱਕ ਪੱਤਰਕਾਰ ਕਹਿੰਦਾ ਜੀ ਚਿੱਠੀ ਤੁਸੀਂ ਸੀਨ ਕੀਤੀ ਆ, ਤੁਹਾਡੇ ਦਸਤਖਤਾਂ ਤੋਂ ਬਾਅਦ ਫਲਾਣ ਥਾਂ ਗਈ ਆ, ਚਿੱਠੀ ਤਾਂ ਪੜ੍ਹ ਲਈ ਹੈ। ਅਸੀਂ ਕਹਿੰਦੇ ਜਦੋਂ ਮੈਂ ਫਿਰ ਪੜ੍ਹ ਹੀ ਲਈ ਤੈਨੂੰ ਵੀ ਪਤਾ, ਅਤੇ ਫਿਰ ਤੂੰ ਸਵਾਲ ਹੀ ਕਾਹਨੂੰ ਪੁੱਛਦਾ? ਇਹ ਵੀ ਗੱਲ ਅਸੀਂ ਵੇਖੀ ਹੋਈ ਹੈ। ਹੁਣ ਜੇ ਤਾਂ ਉੱਦਾਂ ਦਾ ਮਾਮਲਾ ਹੋਵੇ ਤਾਂ ਫਿਰ ਤਾਂ ਅਕਾਲੀਆਂ ਨੂੰ ਚੁੱਪ ਕਰ ਜਾਣਾ ਚਾਹੀਦਾ, ਅਤੇ ਜੇ ਇਹ ਗੱਲ ਸੱਚੀ ਹੋਵੇ ਬੀਬੀ ਦੀ ਕਿ ਵਾਕਿਆ ਹੀ ਇੰਨੇ ਕਰੋੜ ਆਏ, ਫਿਰ ਸਬੂਤ ਦੱਸ ਦੇਣੇ ਚਾਹੀਦੇ ਜੀ, ਫਲਾਣ ਥਾਂ 'ਤੇ ਆਏ, ਫਲਾਣ ਥਾਂ 'ਤੇ ਆਏ। ਇਹ ਤਾਂ ਡਾਕੂਮੈਂਟਰੀ ਪ੍ਰੂਫ ਹੁੰਦੇ ਆ। ਇਹ ਪੈਸੇ ਕੋਈ ਜੇਬ 'ਚੋਂ ਕੱਢ ਕੇ 50 ਰੁਪਏ ਥੋੜ੍ਹਾ ਵੀ ਮੈਂ ਗੁਰਪ੍ਰੀਤ ਸਿੰਘ ਸੰਧਾ ਵਾਲੀ ਨੂੰ ਫੜਾਤੇ ਜੀ। ਇਹ ਤਾਂ ਸਾਰੇ ਆਨਲਾਈਨ ਟ੍ਰਾਂਜੈਕਸ਼ਨਾਂ ਹੁੰਦੀਆਂ, ਪਰ ਉਹਨੂੰ ਦੱਸ ਦੇਣਾ ਚਾਹੀਦਾ ਵੀ ਫਲਾਣ ਤਾਂ ਆਏ ਆ, ਤੁਸੀਂ ਕਿਉਂ ਨਹੀਂ ਮੰਨਦੇ? ਬਿਲਕੁਲ, ਉਹ ਦੱਸਣਾ ਚਾਹੀਦਾ, ਉਹਦਾ ਰਿਕਾਰਡ ਕੋਈ ਪੇਸ਼ ਕਰਨਾ ਚਾਹੀਦਾ। ਇੱਕ ਪਨ ਸਾਹਿਬ ਜਿਹੜਾ ਪੰਜਾਬ ਕਾਂਗਰਸ ਨੇ ਹੁਣ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਜਾਖੜ ਸਾਹਿਬ, ਉਹਨਾਂ ਨੇ ਕਿਹਾ ਕਿ 20 ਤਰੀਕ ਨੂੰ ਸ਼ਾਮ ਨੂੰ 6 ਵਜੇ ਜੈਕਾਰੇ ਲਾਓ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਸਿਹਤ ਵਿਭਾਗ ਦੇ ਕਰਮਚਾਰੀਆਂ, ਸਫਾਈ ਕਰਮਚਾਰੀਆਂ, ਪੁਲਿਸ ਵਾਲਿਆਂ, ਹੋਮਗਾਰਡ ਵਾਲਿਆਂ, ਫਾਇਰ ਬ੍ਰਿਗੇਡ ਵਾਲਿਆਂ, ਇਹਨਾਂ ਸਾਰਿਆਂ ਦੀ ਹੱਲਾਸ਼ੇਰੀ ਵਾਸਤੇ ਜੇ ਕੁਝ ਕਰਨਾ ਚਾਹੁੰਦੇ ਆ ਕਰ ਲੈਣ, ਪਰ ਆਹ ਜਿਹੜੀ ਗੱਲ ਕੀਤੀ ਗਈ ਇਹਦੇ ਨਾਲ ਮੈਂ ਸਹਿਮਤ ਨਹੀਂ ਜੀ।
ਉਹ ਤਾੜੀਆਂ ਕਹਿੰਦੇ, ਉਹ ਥਾਲੀਆਂ ਖੜਕਾਉਣ ਨੂੰ ਕਹਿੰਦੇ, ਉਹ ਮੋਮਬੱਤੀਆਂ ਜਗਾਉਣ ਨੂੰ ਕਹਿੰਦੇ, ਉਹ ਠੀਕ ਸੀ। ਉਹਨਾਂ ਨੇ ਇਹ ਕਹਿ ਦਿੱਤਾ ਕਿ ਸਾਰੇ ਧਰਮਾਂ ਦੇ ਅੱਡੋ ਅੱਡ ਜਿਹੜੇ ਜੈਕਾਰੇ ਛੱਡਣੇ ਆ, ਜੀ ਇਹਦੇ ਨਾਲ ਮੁਕਾਬਲੇਬਾਜ਼ੀ ਛੱਡ ਸਕਦੀ ਹੈ। ਜੀ ਇੱਕ ਧਰਮ ਵਾਲੇ ਆਪਣਾ ਜੈਕਾਰਾ ਛੱਡਣਗੇ, ਦੂਜੇ ਆਪਣਾ ਛੱਡਣਗੇ, ਇੱਕ ਦੂਸਰੇ ਨਾਲ ਆਮੋ ਸਾਹਮਣੇ ਫਿਰ ਇਸ ਤਰ੍ਹਾਂ ਦਾ ਜਿਹੜਾ ਟਕਰਾਅ ਸ਼ੁਰੂ ਹੋਊਗਾ। ਇਹ ਨਹੀਂ ਸੀ ਕਰਨਾ ਚਾਹੀਦਾ। ਜੀ ਇਹਦੇ ਬਜਾਏ ਕੋਈ ਸਾਂਝੀ ਗੱਲ, ਨਰਿੰਦਰ ਮੋਦੀ ਨੇ ਆਖਿਆ ਇਹ ਥਾਲੀਆਂ ਖੜਕਾਓ, ਥਾਲੀਆਂ ਦਾ ਕੋਈ ਧਰਮ ਨਹੀਂ ਹੁੰਦਾ, ਉੱਥੇ ਭੁੱਖ ਵਾਸਤੇ ਹਰ ਧਰਮ ਦੇ ਲੋਕ ਵਰਤਦੇ ਆ ਰੋਟੀ ਖਾਣ ਵਾਸਤੇ। ਉਹਨੇ ਆਖਿਆ ਇਹ ਤਾੜੀਆਂ ਮਾਰੋ, ਤਾੜੀਆਂ ਦਾ ਕੋਈ ਧਰਮ ਨਹੀਂ ਹੁੰਦਾ। ਜੀ ਚੋਣ ਨਿਸ਼ਾਨ ਤੇ ਕਾਂਗਰਸ ਦਾ ਹੱਥ ਹੋਊਗਾ, ਪਰ ਉਹਨੇ ਤਾਂ ਨਹੀਂ ਰੋਕਿਆ। ਉਹਨੇ ਆਖਿਆ ਹੱਥਾਂ ਨਾਲ ਹੀ ਤਾੜੀਆਂ ਮਾਰੋ, ਇੱਦਾਂ ਕਰਤਾ। ਮੋਮਬੱਤੀਆਂ ਜਗਾਓ, ਮੋਮਬੱਤੀਆਂ ਦਾ ਕੋਈ ਧਰਮ ਨਹੀਂ ਹੁੰਦਾ, ਹਰ ਧਰਮ 'ਚ ਜਗਾਈਆਂ ਜਾਂਦੀਆਂ ਨੇ। ਪਰ ਆਹ ਜਿਹੜਾ ਹੈਗਾ ਅੱਡ ਅੱਡ ਧਰਮਾਂ ਦੇ ਨਾਂ ਲੈ ਕੇ ਕਿ ਤੁਸੀਂ ਇਸ ਤਰ੍ਹਾਂ ਜੈਕਾਰੇ ਛੱਡੋ, ਇਹ ਬੜਾ ਚੰਗਾ ਨਹੀਂ। ਬਿਲਕੁਲ ਸਹੀ। ਅੱਛਾ, ਇਹ ਜਿਹੜੇ ਕਰਫਿਊ ਦੇ ਲਈ ਜਾਂ ਕਹਿ ਲਓ ਕਿ ਕਰਫਿਊ ਦੇ ਵਿੱਚ ਕਰੋਨਾ ਦੇ ਲਈ ਹੋਰ ਅਰੇਂਜਮੈਂਟ ਦੀ ਗੱਲ ਕੀਤੀ ਗਈ, ਉਹ ਕੀ ਡਰ ਆ, ਸਹਿਮ ਆ, ਜਾਂ ਫਿਰ ਕੋਈ ਆਉਣ ਵਾਲੇ ਸਮੇਂ ਦੀ ਚੇਤਾਵਨੀ ਹੈ ਜੀ? ਨਹੀਂ, ਇਹ ਇਕੱਲੇ ਕਰਫਿਊ 'ਚ ਨਹੀਂ ਕਿ ਉਹਨਾਂ ਨੇ ਪ੍ਰਬੰਧ ਇਸ ਤਰ੍ਹਾਂ ਕਰਨੇ ਸ਼ੁਰੂ ਕੀਤੇ ਆ। ਜੀ। ਜਿੰਨੀ ਕੁ ਮੇਰੀ ਜਾਣਕਾਰੀ ਹੈ, ਸਾਰੇ ਜ਼ਿਲ੍ਹਿਆਂ ਨੂੰ ਹਦਾਇਤ ਆ, ਔਰ ਇਕੱਲਾ ਪੰਜਾਬ ਤੋਂ ਨਹੀਂ, ਕੇਂਦਰ ਤੋਂ ਹਦਾਇਤ ਆ। ਜੀ ਪ੍ਰਬੰਧ ਇਹਨੇ ਤਗੜੇ ਕਰੋ ਕਿ ਜੇ ਅਚਾਨਕ ਵੀ ਬਿਮਾਰੀ ਕਿਸੇ ਥਾਂ ਤੇ ਉੱਭਰ ਪੈਂਦੀ ਹੈ, ਤੁਸੀਂ ਸੰਭਾਲ ਸਕੋ। ਅੱਜ ਜਲੰਧਰ 'ਚ 41 ਕੇਸ ਹੈ, ਅਜੇ 41 ਕੇਸ ਹੈ, ਪਰ ਪ੍ਰਬੰਧ ਹੁਣੇ ਹੀ ਹਜ਼ਾਰਾਂ ਦੇ ਹਿਸਾਬ ਨਾਲ ਇਸ ਕਰਕੇ ਕੀਤੇ ਜਾ ਰਹੇ। ਮੈਰੀਟੋਰੀਅਸ ਸਕੂਲ ਲੈ ਲਓ, ਫਲਾਣੇ ਥਾਂ ਦੇ ਉੱਤੇ ਫਲਾਣਾ ਕਾਲਜ ਲੈ ਲਓ, ਫਲਾਣਾ ਹਸਪਤਾਲ ਲੈ ਲਓ। ਆ ਨਕੋਦਰ ਤੇ ਸ਼ਾਹਕੋਟ ਦੇ ਵਿਚਾਲੇ ਬਿੱਲੀ ਝਾਰਮੀ ਦੇ ਵਿੱਚ ਇੱਕ ਖੇਤ ਵਿੱਚ ਵੀ ਇੱਕ ਫਾਰਮ ਹਾਊਸ ਆ, ਉਹ ਇਸ ਤਰ੍ਹਾਂ ਦਾ ਵੀ ਆਈਸੋਲੇਸ਼ਨ ਦੇ ਪੱਕੇ ਪ੍ਰਬੰਧਾਂ ਵਾਸਤੇ ਉਹਦੀ ਵੀ ਗੱਲ ਚੱਲ ਪਈ ਹੈ। ਸਭ ਕੁਝ ਪ੍ਰਬੰਧ ਕੀਤੇ ਜਾ ਰਹੇ ਆ। ਜਿਹਨੇ ਉਹ ਫਾਰਮ ਆਪਣਾ ਦਿੱਤਾ, ਮੈਂ ਤਾਂ ਉਹਦਾ ਵੀ ਧੰਨਵਾਦ ਕਰਦਾ, ਚੰਗਾ ਕੀਤਾ। ਅੰਮ੍ਰਿਤਸਰ ਦੇ ਵਿੱਚ ਵੀ ਆ, ਬਾਕੀ ਜ਼ਿਲ੍ਹਿਆਂ 'ਚ ਵੀ ਆ। ਉਹ ਸਾਰੇ ਕੀਤੇ ਇਸ ਕਰਕੇ ਜਾ ਰਹੇ ਆ ਕਿ 3 ਕਿਸਮ ਦੇ ਪੇਸ਼ੈਂਟ ਆਉਂਦੇ ਨੇ। ਇੱਕ ਉਹ ਜਿਨ੍ਹਾਂ ਨੂੰ ਮੁੱਢਲੀ ਪ੍ਰੋਬਲਮ ਹੁੰਦੀ ਮਾੜੀ ਮੋਟੀ, ਪਰ ਬਹੁਤਾ ਨਹੀਂ। ਉਹਨਾਂ ਨੂੰ ਜਿਹੜੇ ਸਕੂਲ ਕਾਲਜ ਖਾਲੀ ਕਰਾਏ ਜਾ ਰਹੇ, ਜੀ ਹੋਸਟਲ ਖਾਲੀ ਕਰਾਏ ਜਾ ਰਹੇ, ਉੱਥੇ ਰੱਖਿਆ ਜਾ ਸਕਦਾ। ਕੁਛ ਹੁੰਦੇ ਆ ਜਿਨ੍ਹਾਂ ਦੀ ਸਾਹ ਦੀ ਆਕਸੀਜਨ ਨਹੀਂ ਖਿੱਚ ਰਿਹਾ, ਉਹਦੀ ਪ੍ਰੋਬਲਮ, ਉਹਨਾਂ ਦੇ ਉੱਤੇ ਸ਼ੱਕ ਜ਼ਿਆਦਾ ਹੁੰਦਾ ਕਿ ਕਰੋਨਾ ਹੋ ਸਕਦਾ। ਜੀ ਇਸ ਮੌਕੇ ਤੇ ਕਰੋਨਾ ਦੇ ਜਿੰਨੇ ਕੇਸ ਆ ਰਹੇ, ਉਹਨਾਂ 'ਚ ਮੁੱਢਲੇ ਤੌਰ ਤੇ ਸਭ ਤੋਂ ਖਤਰਨਾਕ ਸਿੰਪਟਮ ਹੈ ਕਿ ਸਾਹ ਨਹੀਂ ਆਉਂਦਾ ਜੀ, ਆਕਸੀਜਨ ਨਹੀਂ ਪੂਰੀ ਮਿਲ ਰਹੀ। ਉਹਨਾਂ ਨੂੰ ਅੱਜ ਕੁਝ ਇੱਥੇ ਹਸਪਤਾਲ ਜਿਹੜੇ ਖਾਲੀ ਕਰਵਾਏ ਜਾ ਰਹੇ, ਮੈਡੀਕਲ ਕਾਲਜ, ਜੀ ਉਹਨਾਂ ਦੇ ਵਿੱਚ ਇਸ ਕਰਕੇ ਰੱਖਿਆ ਜਾਊਗਾ ਕਿ ਉੱਥੇ ਵੈਂਟੀਲੇਟਰ ਵੀ ਨੇ, ਬਾਕੀ ਚੀਜ਼ਾਂ ਵੀ ਨੇ, ਲੋੜ ਪਈ ਤੇ ਵਰਤਿਆ ਜਾਣ। ਇੱਕ ਤੀਸਰੀ ਕਿਸਮ ਆ ਜਿਹੜੇ ਬਹੁਤ ਕ੍ਰਿਟੀਕਲ ਸਟੇਜ 'ਤੇ ਨੇ, ਉਹਨਾਂ ਵਾਸਤੇ ਫਿਰ ਜਿੱਥੇ ਕੰਸੋਲੀਡੇਟਡ ਅਰੇਂਜਮੈਂਟ ਹੈ ਸਾਰਾ ਸਿਵਲ ਹਸਪਤਾਲ ਦੇ ਵਿੱਚ, ਉੱਥੇ ਉਹਨਾਂ ਨੂੰ ਇਸ ਥਾਂ 'ਤੇ ਰੱਖਿਆ ਜਾਵੇਗਾ ਜਿੱਥੇ ਕੋਈ ਪ੍ਰੋਬਲਮ ਨਾ ਆਵੇ। ਜਿਹੜੇ ਲੋਕ ਹੁਣ ਕੁਆਰੰਟਾਈਨ ਕਰਕੇ ਰੱਖੇ ਗਏ ਨੇ, ਉਹ ਅੰਦਰ ਬੈਠੇ ਜੇ ਕਹਿੰਦੇ ਆ ਕਿ ਸਾਡਾ ਦਲੀਆ ਖਾਣ ਨੂੰ ਜੀ ਕਰਦਾ, ਦਲੀਆ ਵੀ ਉਹਨਾਂ ਨੂੰ ਮਿਲ ਰਿਹਾ। ਅੱਜ ਹੀ ਸਵੇਰੇ ਮੇਰੀ ਗੱਲ ਹੋਈ ਸੀ, ਕੱਲ੍ਹ ਇੱਕ ਮੁੰਡੇ ਨੇ ਕਹਿਤਾ ਦਲੀਆ ਦੁਲੀਆ ਅਸੀਂ ਨਹੀਂ ਖਾਂਦੇ ਹੁੰਦੇ, ਅਸੀਂ ਪਿੰਡਾਂ ਦੇ ਲੋਕ ਆ, ਇਹ ਕੀ ਖਾਣੇ ਕਰੇ, ਅਸੀਂ ਪਰੌਂਠੇ ਖਾਣ ਤੋਂ ਗਿਰਦੇ ਆ। ਅੱਜ ਉਹਨਾਂ ਵਾਸਤੇ ਸਵੇਰੇ ਪਰੌਂਠਿਆਂ ਦਾ ਵੀ ਪ੍ਰਬੰਧ ਕੀਤਾ ਗਿਆ। ਉਹਨਾਂ ਆਖਿਆ ਸਾਨੂੰ ਖੇਡਣ ਵਾਸਤੇ ਸਮਾਨ ਚਾਹੀਦਾ, ਆ ਲਓ ਜੀ ਤੁਸੀਂ ਖੇਡੋ, ਪਰ ਆਪੋ ਜੀ ਡਿਸਟੈਂਸ ਰੱਖੋ। ਜਿਨ੍ਹਾਂ ਦੇ ਉੱਥੇ ਉਹ ਮੰਨ ਲਿਆ ਟਿਕੇ ਨੇ, ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ, ਉਹਦੇ ਵਾਸਤੇ ਪ੍ਰਬੰਧ ਸਾਰੇ ਕੀਤੇ ਜਾ ਰਹੇ। ਉਂਝ ਕਰਫਿਊ 'ਚ ਵੀ ਸਿਆਣੇ ਸਿਆਣੇ ਲੋਕ ਨਹੀਂ ਮੰਨਦੇ। ਕੱਲ੍ਹ ਬ੍ਰਿਟੇਨ ਦੀ ਸਰਕਾਰ ਜਿਹੜੀ, ਉਹਨਾਂ ਦੀ ਇੱਕ ਫਲਾਈਟ ਜਾਣੀ ਸੀ, ਉਹ ਫਲਾਈਟ ਜਾਣ ਵਾਸਤੇ ਜਿੱਥੋਂ ਜਿੱਥੋਂ NRI ਭਰਾ ਭੈਣਾਂ ਗਏ ਨੇ, ਉਹ ਫੋਟੋ ਅਖਬਾਰਾਂ ਛਪੀਆਂ ਨੇ ਜੀ ਕਿ ਉਹ ਸਾਰੇ ਜਣੇ ਆ ਢਾਣੀਆਂ ਬੰਨ੍ਹ ਕੇ ਖਲੋਤੇ ਆ। ਆਪਣੇ ਦੇਸ਼ ਵਿੱਚ ਹੁੰਦੇ ਤੇ ਇਸ ਤਰ੍ਹਾਂ ਢਾਣੀਆਂ ਬੰਨ੍ਹ ਕੇ ਨਾ ਖਲੋਂਦੇ। ਉਹ ਇੰਗਲੈਂਡ ਨੂੰ ਆਪਣਾ ਸਮਝਦੇ, ਪੰਜਾਬ ਨੂੰ ਆਪਣਾ ਨਹੀਂ ਸਮਝਦੇ। ਇੱਥੇ ਢਾਣੀਆਂ ਬੰਨ੍ਹ ਕੇ ਇਸ ਤਰ੍ਹਾਂ ਖੜੇ ਆ ਕਿ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਇੱਕ ਦੂਸਰੇ ਨਾਲ ਜੁੜ ਜੁੜ ਕੇ ਖਲੋਤੇ ਆ। ਜਦੋਂ ਪਤਾ ਕਿ 60 ਸਵਾਰੀਆਂ ਵਾਲੀ ਬੱਸ ਦੇ ਵਿੱਚ ਜਾਣੇ ਹੀ 40 ਮੁਸਾਫਰ ਨੇ, ਸਾਰਿਆਂ ਨੂੰ ਉਹਨਾਂ ਸੀਟ ਦੇਣੀ ਹੈ, ਤੇ ਫਿਰ ਵਾਰੀ-ਵਾਰੀ ਮੀਟਰ ਦਾ ਫਾਸਲਾ ਕਰਕੇ ਵੀ ਜਾ ਸਕਦੇ। ਇਹ ਢਾਣੀ ਬੰਨ੍ਹ ਕੇ ਇੱਕ ਦੂਜੇ ਤੋਂ ਪਹਿਲਾਂ ਭੱਜ ਕੇ ਅੰਦਰ ਵੜਨ ਦੀ ਕੀ ਲੋੜ ਹੈ? ਬੱਸਾਂ ਦਾ ਪ੍ਰਬੰਧ ਤੇ ਉਹਨਾਂ ਨੇ ਕੀਤਾ ਹੀ ਹੈ। ਉਹ ਇਹ ਜਿਹੜਾ ਤਰੀਕਾ ਸਾਡੇ ਲੋਕਾਂ ਦਾ, ਇਹ ਅਜੇ ਤੱਕ ਸਮਝ ਨਹੀਂ ਆ ਰਿਹਾ। ਪਰ ਇੱਕ ਪੰਨੂ ਸਾਹਿਬ, ਏਅਰ ਇੰਡੀਆ ਵਾਲਿਆਂ ਨੇ ਕਿਹਾ ਤਾਂ ਸੀ ਕਿ ਅਸੀਂ 3 ਮਈ ਤੋਂ ਸ਼ਾਇਦ ਬੁਕਿੰਗ ਸ਼ੁਰੂ ਕਰਨੀ ਆ, ਤੇ ਜਿਹੜੇ ਮੰਤਰੀਆਂ ਦਾ ਸਮੂਹ, ਉਹ ਕਹਿੰਦੇ ਜੀ ਇੱਦਾਂ ਦੀ ਗੱਲ ਕੋਈ ਨਹੀਂ। ਮੈਂ ਪੰਜਾਬ ਦੀ ਗੱਲ ਦੱਸੀ ਆ ਨਾ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਹਸਪਤਾਲਾਂ ਨੇ ਇਲਾਜ ਨਾ ਕੀਤਾ ਤੇ ਮੈਂ ਉਹਨਾਂ ਦਾ ਲਾਇਸੈਂਸ ਕੈਂਸਲ ਕਰ ਦੂੰ। DC ਕਹਿੰਦਾ ਜੇ ਕੀਤਾ ਤੇ ਮੈਂ ਕਰ ਦੂੰ। ਇਹੋ ਹੀ ਕੇਂਦਰ ਸਰਕਾਰ 'ਚ ਖੱਬੇ ਹੱਥ ਨੂੰ ਪਤਾ ਨਹੀਂ ਸੱਜਾ ਕਿੱਥੇ ਤੁਰਿਆ ਫਿਰਦਾ। ਏਅਰ ਇੰਡੀਆ ਨੇ, ਕੁਝ ਹੋਰ ਕੰਪਨੀਆਂ ਨੇ ਕਹਿਤਾ ਅਸੀਂ 3 ਤਰੀਕ ਤੋਂ ਬਾਅਦ ਦੀ ਬੁਕਿੰਗ ਸ਼ੁਰੂ ਕਰਤੀ, ਸਿਲੈਕਟਡ ਰੂਟਾਂ 'ਤੇ ਕੀਤੀ ਹੈ। ਪਰ ਜਿਹੜਾ ਉਹ ਹੈਗਾ ਦੂਸਰਾ ਉਹਨਾਂ ਦਾ ਮੰਤਰੀ ਹਰਦੀਪ ਸਿੰਘ ਪੁਰੀ, ਉਹ ਕਹਿੰਦਾ ਨਹੀਂ ਕੀਤੀ, ਇੱਕ ਨਹੀਂ ਕਰ ਸਕਦੇ, ਅਸੀਂ ਰੋਕਿਆ। ਅੱਜ ਗਰੁੱਪ ਆਫ ਮਿਨਿਸਟਰਸ ਦੀ ਮੀਟਿੰਗ ਹੋਈ ਆ, ਉਹਨਾਂ ਨੇ ਵੀ ਆਖਿਆ ਕੋਈ ਕੰਪਨੀ ਜਿਹੜੀ, ਕੋਈ ਏਅਰਲਾਈਨ ਆਪਣੇ ਤੌਰ ਤੇ ਬੁਕਿੰਗ ਨਾ ਕਰੇ, ਅਸਾਂ ਨਹੀਂ ਜੇ ਕਰਨ ਦੇਣੀ। ਅਜੇ ਪੰਨੂ ਸਾਹਿਬ, ਜਾਂਦੇ ਜਾਂਦੇ ਆਪਾਂ ਚਾਈਨਾ ਦੀ ਗੱਲ ਵੀ ਕਰ ਲਈਏ ਜੀ। ਚਾਈਨਾ ਦੀ ਜਿਹੜੀ ਇਨਵੈਸਟਮੈਂਟ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਵੀ ਉਹ ਕਰਕੇ, ਤੇ ਜਿਨ੍ਹਾਂ ਦੀ ਇਕੋਨਮੀ ਦੇ ਵਿੱਚ ਗਿਰਾਵਟ ਆਈ ਹੈ, ਉੱਥੇ
ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤੇ ਕੱਲ ਭਾਰਤ ਸਰਕਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੀ। ਦੇਖੋ, ਭਾਰਤ ਸਰਕਾਰ ਨੇ ਕੱਲ੍ਹ ਜਿਹੜਾ ਫੈਸਲਾ ਕੀਤਾ, ਫੈਸਲਾ ਵਧੀਆ। ਚੀਨ ਵਾਲਿਆਂ ਨੇ ਪਿਛਲੇ ਦਿਨਾਂ 'ਚ ਇਹ ਕੀਤਾ ਸੀ ਕਿ ਸਾਡੇ ਦੇਸ਼ ਦੀ ਇੱਕ ਬਹੁਤ ਵੱਡੀ ਕੰਪਨੀ 'ਚ ਫਟਾਫਟ ਆਪਣੇ ਸ਼ੇਅਰ ਇੰਨੇ ਜ਼ਿਆਦਾ ਵਧਾਤੇ ਕਿ ਅਰਬਾਂ ਨਹੀਂ ਖਰਬਾਂ ਰੁਪਈਆ ਸੁੱਟਤਾ। ਜੀ। ਵਧਾਏ ਉਦੋਂ ਜਦੋਂ ਉਸ ਸ਼ੇਅਰ ਦੀ ਕੀਮਤ 38% ਡਿੱਗ ਚੁੱਕੀ ਸੀ। ਜਦੋਂ ਚੀਨ ਨੇ ਸ਼ੇਅਰ ਵਿੱਚ ਪਾਤੇ, ਇਹਨੇ ਸਸਤੇ ਲੈ ਕੇ ਪੈਸਾ ਪਾ ਦਿੱਤਾ ਜੀ। ਤੇ ਪਤਾ ਲੱਗਾ ਕਿ ਚੀਨ ਵੀ ਇਹ 'ਚ ਆ ਗਿਆ ਤੇ ਸ਼ੇਅਰ ਦੀ ਕੀਮਤ ਇੱਕਦਮ ਚੜ੍ਹਨੀ ਸ਼ੁਰੂ ਹੋ ਗਈ। ਫਰਜ਼ ਕਰ ਲਓ ਕੱਲ੍ਹ ਨੂੰ 90 ਤੇ ਚੱਲ ਜਾਵੇ ਤੇ ਚੀਨ ਵਾਲੇ ਆਪਣਾ ਪੈਸਾ ਇੱਕਦਮ ਖਿੱਚ ਲੈਣ। ਉਹ ਸ਼ੇਅਰ ਅੱਗੇ ਤਾਂ 38% ਡਿੱਗਾ ਸੀ, ਅਗਲੀ ਵਾਰੀ ਫਿਰ 38% ਡਿੱਗਾ ਨਹੀਂ, 38% ਰਹਿ ਹੀ ਨਹੀਂ ਜਾਣਾ, 62% ਵੀ ਡਿੱਗ ਸਕਦਾ, ਇਹ ਵੀ ਹੋ ਸਕਦਾ। ਇਸ ਫਲਕਚੁਏਸ਼ਨ ਦੇ ਵੱਲ ਅਸੀਂ ਵੀ ਗੱਲ ਕੀਤੀ ਸੀ ਉਸੇ ਦਿਨ ਜਦੋਂ ਇਹ ਪਤਾ ਲੱਗਾ ਖੜੇ ਪੈਰ। ਉਹਦੇ ਤੋਂ ਅਗਲੇ ਦਿਨ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਪਾਰਲੀਮੈਂਟ ਮੈਂਬਰ ਰਾਹੁਲ ਗਾਂਧੀ ਨੇ ਇਹ ਮਸਲਾ ਚੁੱਕਿਆ ਜੀ। ਕਿ ਭਾਰਤ ਸਰਕਾਰ ਨੂੰ ਇਹ 'ਤੇ ਧਿਆਨ ਦੇਣਾ ਚਾਹੀਦਾ। ਸਾਡੇ ਦੇਸ਼ ਦੇ ਕਾਰੋਬਾਰੀ ਹਿੱਤ ਜਿਹੜੇ ਆ, ਅਸੀਂ ਸਰਕਾਰ ਦੇ ਨਾਲ ਹਾਂ, ਪਰ ਜੇ ਵਿਦੇਸ਼ੀ ਪੂੰਜੀ ਅੰਨ੍ਹੇਵਾਹ ਆ ਰਹੀ ਹੈ ਤੇ ਕਾਰੋਬਾਰੀ ਹਿੱਤ ਪ੍ਰਭਾਵਿਤ ਹੋ ਰਿਹਾ, ਤੇ ਇਸ ਮਾਮਲੇ 'ਚ ਕਿਉਂਕਿ ਅਸੀਂ ਸਰਕਾਰ ਦੇ ਨਾਲ ਹਾਂ, ਇਸ ਕਰਕੇ ਸਰਕਾਰ ਤੋਂ ਆਸ ਕਰਦੇ ਹਾਂ ਕਿ ਸਰਕਾਰ ਕੁਝ ਨਾ ਕੁਝ ਜ਼ਰੂਰੀ ਕਦਮ ਵੀ ਚੁੱਕੇ ਤਾਂ ਕਿ ਜਿਹੜੇ ਦੇਸ਼ ਇਸ ਤਰ੍ਹਾਂ ਹਾਲਾਤ ਦਾ ਲਾਭ ਲੈਣਾ ਚਾਹੁੰਦੇ ਆ ਉਹਨਾਂ ਨੂੰ ਰੋਕਿਆ ਜਾ ਸਕੇ, ਵਿਦੇਸ਼ੀ ਕੰਪਨੀਆਂ ਰੋਕਿਆ ਜਾ ਸਕੇ, ਆਪਣੀਆਂ ਕੰਪਨੀਆਂ ਨੂੰ ਬਚਾਈਏ। ਕੱਲ੍ਹ ਭਾਰਤ ਸਰਕਾਰ ਨੇ ਮੀਟਿੰਗ ਕੀਤੀ ਹੈ ਇਸ ਮਸਲੇ ਦੀ ਜੀ। ਉਹ 'ਚ ਦੋ ਗੱਲਾਂ ਕੀਤੀਆਂ। ਇੱਕ ਤਾਂ ਇਹ ਕਿ ਚੀਨ ਦਾ ਨਾਂ ਬਿਲਕੁਲ ਨਹੀਂ ਲਿਆ। ਇਹ ਕਹਿ ਦਿੱਤਾ ਕਿ ਦੂਸਰੇ ਦੇਸ਼ਾਂ ਤੋਂ ਆਈਆਂ ਕੰਪਨੀਆਂ, ਉਹ ਸਰਕਾਰੀ ਕੰਪਨੀਆਂ ਹੋਣ ਜਾਂ ਪ੍ਰਾਈਵੇਟ ਹੋਣ, ਸਰਕਾਰੀ ਤਾਂ ਚੀਨ ਦੀਆਂ ਹੀ ਆ ਜੀ, ਉਹ ਕਿਸੇ ਵੀ ਤਰੀਕੇ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਕਰਦੀਆਂ ਨੇ ਭਾਰਤ ਦੀ ਕਿਸੇ ਵੀ ਕੰਪਨੀ ਦੇ ਵਿੱਚ, ਕਿਸੇ ਵੀ ਕਾਰਪੋਰੇਸ਼ਨ 'ਚ, ਤੇ ਉਹਨਾਂ ਨੂੰ ਪਹਿਲਾਂ ਭਾਰਤ ਸਰਕਾਰ ਦੀ ਮਨਜ਼ੂਰੀ ਲੈਣੀ ਪਵੇਗੀ। ਅਸੀਂ ਦੇਸ਼ ਦੇ ਹਿੱਤ ਵੇਖ ਕੇ ਤੇ ਫਿਰ ਮਨਜ਼ੂਰੀ ਕਰਾਂਗੇ। ਇਹ ਮੇਰਾ ਖਿਆਲ ਹੈ ਕਿ ਇਹਦੇ ਤੋਂ ਸਾਡੇ ਪੰਜਾਬ ਦੇ ਰਾਜਨੀਤੀ ਕਰਨ ਵਾਲਿਆਂ ਨੂੰ ਵੀ ਥੋੜ੍ਹੀ ਜਿਹੀ ਅਕਲ ਸਿੱਖਣੀ ਚਾਹੀਦੀ ਹੈ ਕਿ ਜੇ ਉੱਥੇ ਰਾਹੁਲ ਗਾਂਧੀ ਦਾ ਜਿਹੜੇ ਹੁਣ ਤੱਕ ਹਰ ਗੱਲ ਤੇ ਮਜ਼ਾਕ ਉਡਾਉਂਦੇ ਸੀ, ਉਹਨਾਂ ਨੇ ਕੱਲ੍ਹ ਉਹਦੀ ਗੱਲ ਮੰਨ ਕੇ ਫੈਸਲਾ ਕਰ ਦਿੱਤਾ ਜੀ। ਤੇ ਫਿਰ ਇਹ ਸਾਡੇ ਪੰਜਾਬ ਵਿੱਚ ਵੀ ਰਵਾਇਤ ਪੈਣੀ ਚਾਹੀਦੀ ਹੈ ਕਿ ਜਦੋਂ ਸੰਕਟ ਦਾ ਮੌਕਾ, ਅਸੀਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਤਰਾਸ਼ੀ ਨਾ ਕਰੀਏ। ਬਿਹਤਰ ਇਹ ਹੈ ਕੇਂਦਰ ਦੀ ਸਰਕਾਰ ਹਜ਼ਾਰ ਮਤਭੇਦਾਂ ਦੇ ਬਾਵਜੂਦ, ਸਾਡੇ ਵਰਗੇ ਲੋਕ ਜਿਹੜੇ ਨਰਿੰਦਰ ਮੋਦੀ ਦੀ ਬਹੁਤ ਨੁਕਤਾਚੀਨੀ ਕਰਦੇ ਸੀ, ਜੀ, ਅਸੀਂ ਵੀ ਕਹਿੰਦੇ ਜੇ ਤੁਸੀਂ ਕਰ ਰਹੇ ਹੋ ਠੀਕ ਕਰ ਰਹੇ ਹੋ, ਦੇਸ਼ ਬਚਾ ਲਿਆ, ਲੱਗੇ ਰਹੋ। ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਆ, ਅਸੀਂ ਕਹਿੰਦੇ ਤੁਸੀਂ ਲੱਗੇ ਰਹੋ, ਦੇਸ਼ ਬਚਾ ਲਿਆ, ਪੰਜਾਬ ਬਚਾ ਲਿਆ, ਬਾਕੀ ਪਾਰਟੀਆਂ ਨਾਲ ਨੇ। ਇਹੋ ਜਿਹੇ ਮੌਕੇ ਤੇ ਕਿਸੇ ਵੀ ਕਿਸਮ ਦਾ ਇਲਜ਼ਾਮ ਤਰਾਸ਼ੀ ਦਾ ਨਵਾਂ ਅਖਾੜਾ ਨਹੀਂ ਮੰਗਣਾ ਚਾਹੀਦਾ। ਕਿਸੇ ਕਿਸਮ ਦੀ ਕੋਈ ਵੀ ਇਹੋ ਜਿਹੀ ਬਦਮਜ਼ਗੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਜ਼ਿਆਦਾ ਸਾਰਾ ਕੀਤਾ ਕਤਰਿਆ ਖੁੱਚ ਪੈ ਜੇ। ਹੁਣ ਤਾਂ ਇੱਕ ਦੂਸਰੇ ਦੇ ਹੱਥ ਨਾਲ ਹੱਥ ਫੜ ਕੇ ਚੱਲਣ ਦੀ ਲੋੜ ਹੈ। ਸਾਰੇ ਰਲ ਕੇ ਚੱਲਣਗੇ ਤੇ ਤਾਂ ਹੀ ਅਸੀਂ ਪਾਰ ਲੱਗ ਸਕਦੇ ਹਾਂ, ਨਹੀਂ ਤਾਂ ਨੁਕਸਾਨ ਬਹੁਤ ਹੋਊਗਾ। ਜੀ, ਹੁਣ ਸਾਹਿਬ ਤੁਸੀਂ ਸਮਾਂ ਕੱਢਿਆ, ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।